कृपा करहो दीन के दाते। मेरा गुण अवगुण ना विचारो कोई। माटी का क्या तुपै स्वामी। मानस की गत एही। जो हमरी विद होती मेरा सतगुरा। सा विद तुम हर जान हो आपे। हम रुलते फिरते कोई बात ना पूछता। गुर सतगुर संग कीरे हम थापे। धन धन गुरु नानक जन केरा। जित मिलिया चुकी सब सोग संतापे। बेशुमार अथाह अगंत अतुलै। ज्यों बुलावो त्यो नानक दास बोलै। सतनाम धन वाहिगुरु जी। जे जुग चारे आरजा। होर दसूनी होए। नवा खंडा विच जानिया। नाल चलै सब कोई। जे जुग चारे आरजा। होर दसूनी होए। नवा खंडा विच जानिया। नाल चलै सब कोई। चंगा नाऊं रखाए कै। जस कीरत जग ले। जे तिस नदर न आवाई। तवात न पुछै के। कीटा अंदर कीटकार। दोषी दोष तरे। नानक निर्गुण गुण करे। गुणवंतिया गुण दे। तेहा कोई ना सुजाई। जे तिस गुण कोई करे।
ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇਹਾ ਕੋਇ ਨਾ ਸੁਝਾਈ, ਜੇ ਤਿਸ ਗੁਣ ਕੋਇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸੰਗਤ ਹਾਜ਼ਰੀਆਂ ਭਰ ਕੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਆਪ ਜੀ ਨੇ ਕੀਰਤਨ ਸਰਵਨ ਕੀਤਾ। ਰੋਜ਼ਾਨਾ ਦੀ ਮਰਿਆਦਾ ਦੇ ਅਨੁਸਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਨ ਕਰ ਰਹੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਹਿਲੀ ਬਾਣੀ ਨਿਤ ਨੇਮ ਦੀ ਪਹਿਲੀ ਬਾਣੀ ਤੇ ਅੰਮ੍ਰਿਤ ਸੰਚਾਰ ਵੇਲੇ ਪੜੀਆਂ ਜਾਣ ਵਾਲੀਆਂ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਸ੍ਰੀ ਜਪਜੀ ਸਾਹਿਬ, ਜਿਹਨੂੰ ਬਾਣੀ ਦੇ ਵਿੱਚ ਸਤਿਗੁਰ ਮਹਾਰਾਜ ਨੇ ਕੇਵਲ ਜਪ ਸ਼ਬਦ ਦੇ ਨਾਲ ਸਿਰਲੇਖ ਜਿਹੜਾ ਹੈ ਉਹ ਦੇਣਾ ਕੀਤਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਸਿਰਲੇਖ ਬਾਣੀ ਦਾ ਸੋਹਿਲਾ ਵੀ ਦਿੱਤਾ। ਅਸੀਂ ਅਦਬ ਦੇ ਨਾਲ ਸੋਹਿਲਾ ਸਾਹਿਬ ਆਖਦੇ ਹਾਂ। ਸਤਿਗੁਰ ਮਹਾਰਾਜ ਜੀ ਦੀ ਬਾਣੀ ਨੂੰ ਅਦਬ ਦਿੰਦੇ ਅਸੀਂ ਕੀਰਤਨ ਸੋਹਿਲਾ ਆਖਦੇ ਹਾਂ। ਜਪ ਬਾਣੀ ਨੂੰ ਵੀ ਜਪ ਜੀ ਸਾਹਿਬ, ਸ਼੍ਰੀ ਜਪਜੀ ਸਾਹਿਬ ਨਾਮ ਨਾਲ ਅਸੀਂ ਸਤਿਕਾਰ ਦਿੰਦੇ ਹਾਂ। ਆਪਣੇ ਜੀਵਨ ਦੇ ਵਿੱਚੋਂ ਇਸ ਬਾਣੀ ਦੀ ਜੋ ਸਤਿਗੁਰ ਮਹਾਰਾਜ ਜੀ ਨੇ ਜੀਵਨ ਦੀ ਘਾੜਤ ਘੜੀ ਹੈ, ਉਸ ਘਾੜਤ ਨੂੰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਘੜ ਸਕੀਏ। ਤੇ ਜੋ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਖਦੇ ਹਨ ਕਿ ਕੇਵਲ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ। ਪਹਿਲਾ ਜਗਿਆਸੂ ਦਾ ਸਵਾਲ ਸੀ ਇਸ ਬਾਣੀ ਦੇ ਅੰਦਰ ਕਿ ਮਹਾਰਾਜ ਦੱਸੋ ਕਿਵੇਂ ਸਚਿਆਰੇ ਬਣੀਦਾ ਹੈ, ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਤੇਰੀ ਪ੍ਰਾਪਤੀ ਹੁੰਦੀ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ ਵਿੱਚ ਵਰਤਨ। ਆਪ ਸੰਗਤ ਆਸੀਸ ਬਖਸ਼ੋ। ਮਨ ਬਿਰਤੀਆਂ ਇਕਾਗਰ ਕਰਦਿਆਂ ਆਓ ਸਾਰੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ। ਪਿਆਰ ਸਤਿਕਾਰ ਨਾਲ ਰਸਨਾ ਕਰਦਿਆਂ ਪਵਿੱਤਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਰੋ ਜੀ ਕਿਰਪਾ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਅਕਾਲ ਪੁਰਖ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਉਹ ਇੱਕ ਵਰਤਿਆ ਕਿ ਉਹ ਇੱਕ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਆਦ ਤੋਂ ਸੱਚਾ ਹੈ। ਫਿਰ ਮਹਾਰਾਜ ਆਖਦੇ ਨੇ ਉਹ ਸਾਚਾ ਸਾਹਿਬ ਹੈ। ਫਿਰ ਇੱਕ ਸ਼ਬਦ ਮਹਾਰਾਜ ਜੀ ਹੋਰ ਵਰਤਦੇ ਨੇ, ਉਹ ਕਹਿੰਦੇ ਨੇ ਕਿ ਉਹ ਹੁਕਮੀ ਹੈ। ਮਹਾਰਾਜ ਪਾਤਸ਼ਾਹ ਜੀ ਦੀ 7ਵੀਂ ਪੌੜੀ ਇਸ ਜਪਜੀ ਸਾਹਿਬ ਜੀ ਦੀ ਬਾਣੀ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ। ਇਹਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਸਿੱਧਾਂ ਦੇ ਨਾਲ ਜਦੋਂ ਮਹਾਰਾਜ ਜੀ ਦੀ ਵਿਚਾਰ ਚਰਚਾ ਹੁੰਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸੁਮੇਰ ਪਰਬਤ ਤੇ ਗਏ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਅਚਲ ਬਟਾਲੇ ਦੇ ਵਿੱਚ ਉਹਨਾਂ ਨੇ ਚਰਚਾ ਕੀਤੀ। ਗੋਰਖ ਮਤੇ ਉਹਨਾਂ ਦੀ ਚਰਚਾ ਸਿੱਧਾਂ ਦੇ ਨਾਲ ਹੋਈ। ਜਾਂ ਇਸ ਤਰ੍ਹਾਂ ਆਖ ਲਓ ਕਿ ਜੇਕਰ ਸਭ ਤੋਂ ਜ਼ਿਆਦਾ
ਕਿਸੇ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਵਾਲ ਕੀਤੇ ਨੇ, ਉਹ ਸਿੱਧ ਤੇ ਜੋਗੀਆਂ ਨੇ ਕੀਤੇ ਆ। ਸੱਚੇ ਪਾਤਸ਼ਾਹ ਮਹਾਰਾਜ ਨਾਲ ਜੋ ਸਵਾਲ ਹੁੰਦੇ ਨੇ ਤੇ ਮਹਾਰਾਜ ਜਿਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਨੇ, ਉਹਨੂੰ ਸਤਿਗੁਰੂ ਮਹਾਰਾਜ ਨੇ ਇੱਕ ਵੱਖਰੀ ਬਾਣੀ ਦੇ ਰੂਪ ਦੇ ਵਿੱਚ ਵੀ ਦਰਜ ਕੀਤਾ। ਤੇ ਬਹੁਤ ਸਾਰੇ ਸਵਾਲ ਸੀ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੇ ਵੱਖ-ਵੱਖ ਰਾਗਾਂ ਦੇ ਵਿੱਚ ਸ਼ਬਦ ਦੇ ਬਾਣੀ ਦੇ ਰੂਪ ਦੇ ਵਿੱਚ ਦਰਜ ਆ। ਸਿੱਧ ਗੋਸ਼ਟ ਰਾਮਕਲੀ ਰਾਗ ਦੇ ਅੰਦਰ ਇਹ ਬਾਣੀ, ਇਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸਿੱਧ ਸਵਾਲ ਕਰਦੇ ਨੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਸਵਾਲਾਂ ਦਾ ਉਹ ਉੱਤਰ ਦਿੰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਨੂੰ ਇੱਥੇ ਉਹ ਥਾਨਕਾ ਜਿਹੜੀ ਸੰਪਰਦਾਇ ਟੀਕੇ ਚ ਮਿਲਦੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜਾਂਦੇ ਨੇ ਸੁਮੇਰ ਪਰਬਤ ਤੇ ਮਹਾਰਾਜ ਗਏ। ਸਿੱਧਾਂ ਨੇ ਸਭ ਤੋਂ ਪਹਿਲਾਂ ਇਹ ਤੱਕਿਆ ਕਿ ਇਹ ਛੋਟਾ ਜਿਹਾ ਬਾਲਕ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਉਸ ਵੇਲੇ ਦੀ ਆਰਬਲਾ ਹੈ ਨਾ, ਸਰੀਰਕ ਉਮਰ ਉਹ ਬਹੁਤੀ ਜ਼ਿਆਦਾ ਨਹੀਂ, ਪਰ ਜਿਹੜੇ ਉੱਥੇ ਸੁਮੇਰ ਪਰਬਤ ਤੇ ਸਿੱਧ ਬੈਠੇ ਹੋਏ ਸਨ ਉਹਨਾਂ ਦੀ ਉਮਰਾਂ ਬਹੁਤੀਆਂ ਲੰਮੀਆਂ ਸਨ। ਕਿਸੇ ਦੀ ਉਮਰ 200 ਸਾਲ, ਕੋਈ 500 ਸਾਲ, ਕੋਈ 700 ਸਾਲ, ਬੜੀਆਂ ਲੰਮੀਆਂ ਉਮਰਾਂ ਕੀਤੀਆਂ। ਔਰ ਉਹਦੇ ਵਾਸਤੇ ਯਤਨ ਕੀ ਕਰਦੇ ਸੀ ਕਿ ਸਵਾਸ ਰੋਕ ਲੈਣੇ, ਸਵਾਸ ਰੋਕ ਕਰਕੇ ਸਵਾਸਾਂ ਨੂੰ 10ਵੇਂ ਦਵਾਰ ਦੇ ਵਿੱਚ ਚੜਾ ਲੈਣਾ। ਜਾਂ ਜੋਗੀਆਂ ਨੇ ਕਰਾਮਾਤਾਂ ਜਿਹੜੀਆਂ ਸਿੱਖੀਆਂ, ਉਹਨਾਂ ਕਰਾਮਾਤਾਂ ਰਾਹੀਂ ਉਹ ਕੀ ਕਰਨਾ ਕਿ ਆਪਣੀ ਆਤਮਾ ਜਿਹੜੀ ਸੀ ਨਾ ਉਹ ਸਰੀਰ ਚੋਂ ਬਾਹਰ ਕੱਢ ਲੈਣੀ ਤੇ ਉਹਨੂੰ ਕਈ ਸਮਾਂ ਜਿਹੜਾ ਸੀ ਸਰੀਰ ਤੋਂ ਬਾਹਰ ਰੱਖਣਾ। ਤੇ ਜਦੋਂ ਕਿਤੇ ਆਤਮਾ ਫਿਰ ਸਰੀਰ ਚ ਪਾਉਣੀ ਤੇ ਫਿਰ ਸਵਾਸਾਂ ਦਾ ਪ੍ਰਵਾਹ ਚੱਲਣਾ ਸ਼ੁਰੂ ਹੋਣਾ। ਇਸ ਤਰ੍ਹਾਂ ਦੀ ਬਹੁਤ ਕਰਾਮਾਤਾਂ ਸੀ। ਰਾਮ ਰਾਏ, ਜਿੱਦਨ ਰਾਮ ਰਾਏ ਦੀ ਮੌਤ ਹੁੰਦੀ, ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਰਾਮ ਰਾਏ ਵੀ ਇਸੇ ਹੀ ਤਰ੍ਹਾਂ ਕਰਦਾ ਸੀ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਰਾਮ ਰਾਏ ਨੂੰ ਦਿੱਲੀ ਭੇਜਿਆ ਤੇ ਮਹਾਰਾਜ ਨੇ ਉਸ ਵੇਲੇ ਕਿਹਾ ਸੀ, ਰਾਮ ਰਾਏ ਪੁੱਤਰ ਤੁਸੀਂ ਦਿੱਲੀ ਚੱਲੇ ਹੋ ਤੇ ਬਾਦਸ਼ਾਹ ਦਾ ਪ੍ਰਭਾਵ ਜਿਹੜਾ ਹੈ ਉਹ ਬਿਲਕੁਲ ਨਹੀਂ ਕਬੂਲਣਾ। ਇੱਕ ਹੋਰ ਸਤਿਗੁਰੂ ਮਹਾਰਾਜ ਅਸੀਸ ਦਿੰਦਿਆਂ ਆਖਿਆ ਸੀ, ਰਾਮ ਰਾਏ ਤੁਹਾਡੀ ਰਸਨਾ ਦੇ ਉੱਤੇ ਗੁਰੂ ਨਾਨਕ ਦਾ ਵਾਸਾ ਹੋਵੇਗਾ, ਜੋ ਤੁਸੀਂ ਰਸਨਾ ਤੋਂ ਆਖੋਗੇ ਉਹ ਸੱਚ ਹੋ ਜਾਏਗਾ। ਸੱਚੇ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਅਸੀਸ ਦਿੰਦੇ ਆ। ਤੇ ਰਾਮ ਰਾਏ ਜਦੋਂ ਦਿੱਲੀ ਔਰੰਗਜ਼ੇਬ ਦੇ ਕੋਲ ਪਹੁੰਚਿਆ ਤੇ ਔਰੰਗਜ਼ੇਬ ਨੂੰ 72 ਕਰਾਮਾਤਾਂ ਉਹਨੇ ਦਿਖਾਈਆਂ ਨੇ, 72 ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ, ਜਿੰਦੇ ਵਿੱਚ ਉਹ ਪਾਣੀ ਦੇ ਉੱਤੇ ਚੱਲਣਾ ਤੇ ਬਿਲਕੁਲ ਪੈਰ ਨਾ ਭਿੱਜਣੇ। ਇੱਕੇ ਅਸਮਾਨ ਦੇ ਵਿੱਚ ਇੱਕ ਦਿਨ ਔਰੰਗਜ਼ੇਬ ਨਾ ਰਾਤ ਦਾ ਸਮਾਂ, ਕਿਉਂਕਿ ਔਰੰਗਜ਼ੇਬ ਜਿਹੜਾ ਸੀ ਉਹ ਕਰਾਮਾਤਾਂ ਦਾ ਬਹੁਤ ਸ਼ੌਂਕ ਰੱਖਦਾ ਸੀ, ਖੁੱਲੇ ਅਸਮਾਨ ਦੇ ਵਿੱਚ ਉਹਨੇ ਆਪਣਾ ਜਿਹੜਾ ਸੀ ਉਹ ਰਾਤ ਨੂੰ ਦੀਵਾਨੇ ਖਾਸ ਲਗਾਉਣਾ ਕੀਤਾ। ਦਰਬਾਰ ਜਿਹੜਾ ਸੀ ਉਹ ਖੁੱਲੇ ਮੈਦਾਨ ਦੇ ਵਿੱਚ ਲਗਾ ਦਿੱਤਾ। ਅਸਮਾਨ ਦੇ ਵਿੱਚ ਪੂਰਨਮਾਸ਼ੀ ਦਾ ਜਿਹੜਾ ਚੰਦਰਮਾ ਹੈ ਉਹ ਚਮਕਦਾ ਪਿਆ ਹੈ। ਔਰੰਗਜ਼ੇਬ ਜਿਹੜਾ ਹੈ ਉਹਦੀ ਧਾਰਮਿਕ ਵਿਦਿਆ ਜਿਹੜੀ ਹੈ ਨਾ, ਪੜ੍ਹਾਈ ਜਿਹੜੀ ਉਹ ਸੁਲਤਾਨਪੁਰ ਲੋਧੀ ਤੋਂ ਹੋਈ ਹੈ। ਤੇ ਉਹਦੇ ਦਰਬਾਰ 'ਚ ਇੱਕ ਦਿਨ ਘਟਨਾ ਵਾਪਰੀ, ਕੋਈ ਫਕੀਰ ਮੰਗਣ ਵਾਸਤੇ ਆਇਆ, ਉਹਨੇ ਬੜੀਆਂ ਅਸੀਸਾਂ ਔਰੰਗਜ਼ੇਬ ਨੂੰ ਦਿੱਤੀਆਂ। ਹਾਲਾਂਕਿ ਉਹਨੇ ਮੁਹਾਵਰੇ ਵਜੋਂ ਬਾਣੀ ਨੂੰ ਪੜ੍ਹਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਨੂੰ ਮੁਹਾਵਰੇ ਦੇ ਵਾਂਗ ਵਰਤਿਆ। ਉਹਨੇ ਅਸੀਸਾਂ ਫਕੀਰ ਦਿੰਦਾ ਏ ਤੇ ਔਰੰਗਜ਼ੇਬ ਅੱਗੋਂ ਕਹਿੰਦਾ ਹੈ ਕਿ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲਾਜ। ਗੁਰੂ ਨਾਨਕ ਦੀ ਬਾਣੀ ਦਾ ਉਹਨੂੰ ਮੁਹਾਵਰੇ ਦੇ ਵਾਂਗੂ ਉਹਨੇ ਵਰਤੋਂ ਕੀਤੀ। ਸੁਲਤਾਨਪੁਰ ਲੋਧੀ ਤੋਂ ਉਹਦੀ ਧਾਰਮਿਕ ਜਿਹੜੀ ਵਿਦਿਆ ਸੀ ਉਹ ਉਹਨੇ ਪੜ੍ਹੀ। ਔਰੰਗਜ਼ੇਬ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਧਰਮ ਦੇ ਬਾਰੇ, ਉਹਨਾਂ ਦੀ ਸਿੱਖਿਆ ਬਾਰੇ ਉਹ ਬਹੁਤ ਕੁਝ ਜਾਣਦਾ ਏ। ਤੇ ਰਾਮ ਰਾਏ ਜਦੋਂ ਉਸ ਵੇਲੇ ਰਾਤ ਦੇ ਸਮੇਂ ਲੱਗੇ ਦਰਬਾਰ ਦੇ ਵਿੱਚ ਪਹੁੰਚਿਆ ਤੇ ਉਹਨੂੰ ਉੱਚੇ ਅਸਥਾਨ ਤੇ ਬਿਠਾਉਣਾ ਕੀਤਾ। ਔਰੰਗਜ਼ੇਬ ਨੇ ਉੱਚੇ ਅਸਥਾਨ ਤੇ ਜਦੋਂ ਬੈਠਿਆ ਉਹਨੇ ਇੱਕ ਗੱਲ ਪੁੱਛੀ, ਕਹਿਣ ਲੱਗਿਆ ਜੀ ਤੁਹਾਡਾ ਬਾਬਾ ਨਾਨਕ, ਤੁਹਾਡੇ ਗੁਰੂ ਨਾਨਕ ਜਿਹੜੇ ਸਨ ਨਾ, ਉਹ ਜਦੋਂ ਬਗਦਾਦ ਜਾਂਦੇ ਆ ਤੇ ਬਗਦਾਦ ਦੀ ਧਰਤੀ ਤੇ ਪੀਰ ਨੇ ਜਦੋਂ ਇਹ ਸਵਾਲ ਕੀਤਾ ਸੀ ਕਿ ਲੱਖ ਪਤਾਲਾਂ ਪਤਾ ਲੱਖ ਆਗਾਸਾਂ ਆਗਾਸ, ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੀ ਇਹ ਬਿਲਕੁਲ ਸੱਚ ਆ ਕਿ ਜਿੰਨੀ ਕਿਸ ਦੀ ਨਿਗਾਹ ਹੈ ਉਹ ਉਨਾ ਹੀ ਤੱਕਦਾ ਏ, ਨਿਗਾਹ ਤੋਂ ਜ਼ਿਆਦਾ ਕੋਈ ਨਹੀਂ ਦੇਖ ਸਕਦਾ। ਜਿੰਨੇ ਜਿੰਨਾ ਦੇਖਿਆ ਉਹਨੇ ਉਨਾ ਸੰਸਾਰ ਨੂੰ ਦੱਸ ਦਿੱਤਾ। ਕਹਿੰਦੇ ਜੀ ਸਾਡਾ ਧਰਮ ਕਹਿੰਦਾ ਹੈ ਕਿ 14 ਤਪਕ ਨੇ। ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡਾ ਧਰਮ ਵੀ ਠੀਕ ਆ, ਤੇ ਕਹਿੰਦੇ ਤੁਸੀਂ ਆਖਦੇ ਹੋ ਕੋਈ ਪਾਤਾਲਾਂ ਪਤਾਲ ਲੱਖ ਆਗਾਸਾਂ ਆਗਾਸ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਵੀ ਠੀਕ ਆਖਦੇ ਹਾਂ। ਹੁਣ ਦੇਖੋ ਸੰਸਾਰੀ ਜਦੋਂ ਗੱਲ ਕਰਦਾ ਹੈ ਨਾ ਤੇ ਉਹਦੀਆਂ ਦੋ ਗੱਲਾਂ ਹੋਣਗੀਆਂ ਤੇ ਦੋਵਾਂ ਚੋਂ ਇੱਕ ਸੱਚ ਹੋ ਸਕਦੀ, ਦੋਨੋਂ ਸੱਚ ਨਹੀਂ ਹੋ ਸਕਦੀਆਂ। ਪਰ ਜਦੋਂ ਰਹਿਬਰ ਗੱਲ ਕਰਦਾ ਹੈ ਉਹ ਲੰਮੀ ਨਜ਼ਰ ਨਿਹਾਲੀਏ, ਉਹਦੀ ਨਿਗਾਹ ਲੰਮੀ ਹੈ, ਉਹ ਦੂਰ ਤੱਕ ਤੱਕਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਹਨੇ ਕਿਹਾ ਸੀ ਬਹਿਲੋਲ ਦਸਤਗੀਰ ਉਸ ਫਕੀਰ ਦਾ ਨਾਮ, ਉਹਨੇ ਕਿਹਾ ਸੀ ਫਿਰ ਦਿਖਾ ਸਕਦੇ ਹੋ? ਪਤਾਲ ਲੱਖ ਨੇ ਆਕਾਸ਼ ਲੱਖ ਨੇ, ਦਿਖਾ ਸਕਦੇ ਹੋ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਹਾਡੇ ਅੱਖਾਂ ਤੇ ਸ਼ਰਾ ਦੀ ਪੱਟੀ ਵੱਜੀ ਆ ਤੇ ਧਰਮ ਦੀ ਦੁਨੀਆ ਆਖਦੀ ਹੈ ਜਿੰਨੇ ਕਹਿ ਦਿੱਤਾ ਨਾ ਕਿ ਮੈਂ ਮੰਨਦਾ ਨਹੀਂ, ਉਹਦੇ ਸਾਹਮਣੇ ਪ੍ਰਤੱਖ ਚੀਜ਼ ਲਿਆ ਕੇ ਰੱਖ ਦੋ ਤਾਂ ਵੀ ਮੰਨਣ ਨੂੰ ਤਿਆਰ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਹਾਨੂੰ ਦਿਖਾਇਆ, ਤੁਸੀਂ ਵਾਪਸ ਆ ਕੇ ਫਿਰ ਕਹਿਣਾ ਕਿ ਨਹੀਂ ਇਹ ਝੂਠ ਗੱਲ ਕਰ ਦਿੱਤੀ। ਸਤਿਗੁਰੂ ਮਹਾਰਾਜ ਪਾਤਸ਼ਾਹ ਉਹਦੇ ਪੁੱਤਰ ਨੂੰ ਨਾਲ ਲੈਂਦੇ ਆ ਤੇ ਮਹਾਰਾਜ ਨੇ ਉਹਦੇ ਪੁੱਤਰ ਨੂੰ ਨਾਲ ਲਿਆ ਤੇ ਪਤਾਲਾਂ ਜਿਹੜੇ ਲੱਖਾਂ ਦੀ ਗੱਲ ਮਹਾਰਾਜ ਕਰਦੇ ਉਹ ਸਾਰੇ ਸਤਿਗੁਰੂ ਮਹਾਰਾਜ ਜੀ ਨੇ ਦਿਖਾਏ ਤੇ ਵਾਪਸ ਲਿਆ ਕੇ ਸੱਚਖੰਡ ਦੇ ਵਿੱਚ ਉਸ ਦਿਨ ਪ੍ਰਸ਼ਾਦ ਦਾ ਕਚਕੌਲ ਜਿਹੜਾ ਸੀ ਉਹ ਭਰ ਕੇ ਲਿਆਂਦਾ ਤੇ ਮਹਾਰਾਜ ਨੇ ਨਿਸ਼ਾਨੀ ਵਜੋਂ ਲਿਆ ਕਰਕੇ ਪੀਰ ਦਸਤਗੀਰ ਨੂੰ ਦੇਣਾ ਕੀਤਾ। ਹੁਣ ਔਰੰਗਜ਼ੇਬ ਕੀ ਆਖਦਾ ਹੈ, ਰਾਮ ਰਾਏ ਤੁਹਾਡੇ ਗੁਰੂ ਨਾਨਕ ਨੇ ਪੀਰ ਦਸਤਗੀਰ ਨੂੰ ਲੱਖਾਂ ਪਤਾਲ ਤੇ ਆਕਾਸ਼ ਦਿਖਾਏ ਤੇ ਤੂੰ ਗੁਰੂ ਨਾਨਕ ਤਾਂ ਨਹੀਂ, ਤੂੰ ਉਸ ਦੀ ਗੱਦੀ ਦਾ ਅਜੇ ਵਾਰਿਸ ਵੀ ਨਹੀਂ, ਪਰ ਤੂੰ ਸੰਤਾਨ ਗੁਰੂ ਕੀ ਹੈ ਕਿ ਤੂੰ ਮੈਨੂੰ ਦਿਖਾ ਸਕਦਾ ਹੈ? ਪਰ ਨਾਲ ਹੀ ਔਰੰਗਜ਼ੇਬ ਕਹਿੰਦਾ ਨਹੀਂ ਮੈਂ ਸਾਰੇ ਨਹੀਂ ਦੇਖਣਾ ਚਾਹੁੰਦਾ। ਅਸਮਾਨ ਦੇ ਵਿੱਚ ਇੱਕ ਚੰਦਰਮਾ ਚੜਿਆ ਤੇ ਇਹ ਚੰਦਰਮਾ ਹੋਰ ਕਈ ਦੇਸ਼ਾਂ ਦੇ ਵਿੱਚ, ਹੋਰ ਕਈਆਂ ਦੁਨੀਆ ਦੇ ਵਿੱਚ ਹੋਣਗੇ, ਹੋਰ ਕਈ ਬ੍ਰਹਿਮੰਡ ਬਣੇ ਹੋਣਗੇ, ਹੋਰ ਕਈ ਚੰਦਰਮਾ ਹੋਣਗੇ ਜੇ ਸੋ ਚੰਦਾ ਉਗਵੇ। ਸੱਚੇ ਪਾਤਸ਼ਾਹ ਮਹਾਰਾਜ ਦੀ ਇਹ ਬਾਣੀ ਨੇ ਜੇਕਰ ਕਿਹਾ ਹੈ ਕਿ ਪਤਾਲ ਤੇ ਆਕਾਸ਼ ਲੱਖਾਂ ਨੇ, ਫਿਰ ਉਹ ਲੱਖਾਂ ਪਤਾਲਾਂ ਤੇ ਆਕਾਸ਼ਾਂ ਦੇ ਸੂਰਜ ਤੇ ਚੰਦਰਮਾ ਵੀ ਵੱਖਰੇ ਹੋਣਗੇ। ਸਤਿਗੁਰੂ ਮਹਾਰਾਜ ਜੀ ਦੇ ਪੁੱਤਰ ਬਾਬਾ ਰਾਮ ਰਾਏ ਨੂੰ ਕਿਹਾ ਕਿ ਕੀ ਕੋਈ ਦੂਸਰਾ ਚੰਦਰਮਾ ਦੇਖ ਸਕਦਾ ਹੈ? ਤੇ ਰਾਮ ਰਾਏ ਨੇ ਉਸ ਦਿਨ ਕਰਾਮਾਤ ਕੀਤੀ ਸੀ, ਇੱਕੇ ਅਸਮਾਨ ਦੇ ਵਿੱਚ ਦੋ ਚੰਦਰਮਾ ਚੜਾ ਦਿੱਤੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਤੇ ਪ੍ਰਭਾਵ ਪਾਉਣ ਲਈ ਜਦੋਂ ਸਿੱਧ ਕਰਾਮਾਤ ਕਰਦੇ ਆ, ਕਿਉਂਕਿ ਸਿੱਧਾਂ ਦੇ ਕੋਲ ਇੱਕ ਕਰਾਮਾਤਾਂ ਨੇ ਕਿ ਉਹ ਸਰੀਰ ਦੇ ਵਿੱਚੋਂ ਆਤਮਾ ਕੱਢ ਲੈਂਦੇ ਆ, ਤੇ ਰਾਮ ਰਾਏ ਵੀ ਇਸੇ ਤਰ੍ਹਾਂ ਕਰਦਾ ਸੀ ਕਿ ਉਹਨੇ ਸਰੀਰ ਚੋਂ ਆਤਮਾ ਕੱਢ ਲੈਣੀ ਤੇ ਉਹਨੇ ਬਾਹਰ ਘੁੰਮਣ ਫਿਰਨ ਵਾਸਤੇ ਚਲੇ ਜਾਣਾ ਤੇ ਕਈ ਦਿਨ ਨਾ ਮੁੜਨਾ। ਜਦੋਂ ਕਈ ਦਿਨ ਨਾ ਮੁੜਨਾ ਤੇ ਘਰ ਵਾਲੀ ਮਾਤਾ ਪੰਜਾਬ ਕੌਰ ਉਹਨੂੰ ਕਹਿ ਕੇ ਜਾਣਾ ਕਿ ਮੇਰੇ ਸਰੀਰ ਦਾ ਧਿਆਨ ਰੱਖਿਓ। ਪਰ ਜਿਸ ਦਿਨ ਰਾਮ ਰਾਏ ਦੇ ਸਰੀਰ ਨੂੰ ਮਸੰਦਾਂ ਨੇ ਸਾੜਿਆ, ਮਾਤਾ ਪੰਜਾਬ ਕੌਰ ਰੋਕਦੀ ਰਹੀ। ਰਾਮ ਰਾਏ ਦੀ ਘਰ ਵਾਲੀ ਹੈ ਪੰਜਾਬ ਕੌਰ, ਮਾਤਾ ਪੰਜਾਬ ਕੌਰ ਨੇ ਬੜਾ ਰੋਕਿਆ, ਕਹਿੰਦੇ ਨਾ ਇਸ ਸਰੀਰ ਨੂੰ ਨਾ ਸਾੜਿਓ। ਰਾਮ ਰਾਏ ਨੇ ਪਰਤ ਕੇ ਵਾਪਸ ਆ ਜਾਣਾ, ਪਰ ਮਸੰਦਾਂ ਨੇ ਇੱਕ ਨਾ ਸੁਣੀ। ਇਸੇ ਤਰ੍ਹਾਂ ਸਿੱਧ ਜਿਹੜੇ ਸਨ ਉਹ ਸਿੱਧਾਂ ਨੇ ਵੀ ਕਰਾਮਾਤਾਂ ਕਰਨੀਆਂ ਕਿ ਸਰੀਰ ਚੋਂ ਆਤਮਾ ਬਾਹਰ ਕੱਢ ਲੈਣੀ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜਿਸ ਵੇਲੇ ਸੁਮੇਰ ਪਰਬਤ ਤੇ ਗਏ ਤੇ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ ਉਸ ਵੇਲੇ ਬਿਲਕੁਲ ਥੋੜੀ ਹੈ, ਜਾਂ ਅਸੀਂ ਕਹਿ ਲਈਏ ਕਿ ਉਹ 40 ਸਾਲ ਤੋਂ ਵੀ ਘੱਟ ਉਮਰ ਦੇ ਸੀ। ਤੇ ਜਿਹੜੇ ਸਿੱਧ ਸਨ ਉਹਨਾਂ ਦੀਆਂ ਉਮਰਾਂ ਬਹੁਤ ਜ਼ਿਆਦੀਆਂ ਲੰਮੀਆਂ, ਤੇ ਉਹ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਾਲਾ ਬੱਚਾ ਕਹਿ ਕੇ ਉੱਥੇ ਪੁਕਾਰਦੇ ਨੇ, ਨਾਨਕ ਕਹਿ ਕੇ ਆਖਦੇ ਆ। ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਤੇ ਜਦੋਂ ਸਵਾਲ ਜਵਾਬ ਹੁੰਦੇ ਆ ਨਾ, ਚਰਚਾ ਹੋਈ ਉੱਥੇ, ਉਹਨਾਂ ਦੇਖਿਆ ਕਿ ਹੈ ਤਾਂ ਅਜੇ ਬੱਚਾ, ਪਰ ਗੱਲਾਂ ਬੜੀਆਂ ਸੋਹਣੀਆਂ ਕਰਦਾ ਹੈ। ਜੇਕਰ ਨਾਨਕ ਵਰਗਾ ਬੱਚਾ ਸਾਡੇ ਧਰਮ ਦੇ ਵਿੱਚ ਸ਼ਾਮਲ ਹੋ ਜਾਏ, ਅੱਗੇ ਜਾ ਕੇ ਮਹਾਰਾਜ ਜੀ ਨੇ ਉਹਨਾਂ ਨੇ ਆਖਣਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿ ਤੁਸੀਂ ਜੋਗੀ ਬਣੋ, ਕੰਨਾਂ ਵਿੱਚ ਮੁੰਦਰਾ ਪਾ ਲਓ, ਝੋਲੀ ਪਾ ਲਓ, ਸਵਾਹ ਮੰਨ ਲਓ, ਜੋਗੀਆਂ ਦੇ ਵੇਸ਼ ਭੂਸ਼ਾ ਧਾਰਨ ਕਰੋ, ਆਓ ਤੁਹਾਨੂੰ ਵੱਡੇ ਪੰਥ 'ਚ ਸ਼ਾਮਲ ਕਰਦੇ ਆ। ਜੋਗੀਆਂ ਦੇ 12 ਪੰਥ ਨੇ ਤੇ ਸਭ ਤੋਂ ਵੱਡਾ ਪੰਥ ਆਈ ਹੈ, ਜਿਹਨੂੰ ਬਾਣੀ ਵਿੱਚ ਮਹਾਰਾਜ ਅੱਗੇ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ। ਇਹ ਆਈ ਜਿਹੜਾ ਹੈ ਇਹ ਪੰਥ ਦਾ ਨਾਮ ਹੈ। ਇੱਕ ਜੋਗੀਆਂ ਦੇ 12 ਫਿਰਕਿਆਂ ਵਿੱਚੋਂ ਜਿਹੜਾ ਸਭ ਤੋਂ ਸ੍ਰੇਸ਼ਟ ਫਿਰਕਾ ਹੈ ਉਹਨੂੰ ਕਹਿੰਦੇ ਆ ਆਈ ਫਿਰਕਾ। ਗੁਰੂ ਨਾਨਕ ਦੇਵ ਮਹਾਰਾਜ ਫਿਰ ਦੱਸਦੇ ਆ, ਜਿਵੇਂ ਮਹਾਰਾਜ ਨੇ ਬਚਪਨ 'ਚ ਦੱਸਿਆ ਨਾ ਕਿ ਜਨੇਊ ਤੇ ਪਾਵਾਂਗਾ, ਪਰ ਕੈਸਾ ਜਨੇਊ ਹੋਵੇ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜੱਤ ਦੀਆਂ ਗੰਢਾਂ ਹੋਣ, ਸੱਤ ਦਾ ਉਹਨੂੰ ਵੱਟ ਚਾੜਿਆ ਹੋਵੇ, ਉਹ ਜਨੇਊ ਚਾਹੀਦਾ ਜਿਹੜਾ ਨਾ ਟੁੱਟਦਾ ਹੋਵੇ ਤੇ ਨਾ ਸੜਦਾ ਹੋਵੇ, ਨਾ ਮੈਲਾ ਹੁੰਦਾ ਹੋਵੇ। ਆਸਾ ਕੀ ਵਾਰ ਦੀ ਅਸੀਂ ਉਹ ਸ਼ਲੋਕ ਪੜ੍ਹਦੇ ਆ, ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ,
ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੁਮਾਨ ਸੁਨਾਨ ਕਾ ਜਿਨ ਗਲ ਚੱਲੇ ਪਏ। ਤੇ ਜੇਕਰ ਜੋਗੀ ਕਹਿੰਦੇ ਨੇ ਕਿ ਸਾਡਾ ਵੇਸ ਭੂਸ਼ਾ ਧਾਰਨ ਕਰੋ, ਤੇ ਉੱਥੇ ਸਤਿਗੁਰੂ ਮਹਾਰਾਜ ਉਹਨਾਂ ਨੂੰ ਵੀ ਦੱਸਦੇ ਆ ਕਿ ਮੁੰਦਰਾ ਤਾਂ ਪਾਵਾਂਗਾ, ਪਰ ਆ ਕੱਚ ਦੀਆਂ ਮੁੰਦਰਾਂ ਕੰਨਾਂ ਨੂੰ ਪਾੜ ਕੇ ਨਹੀਂ ਪਾਈਆਂ ਜਾਣੀਆਂ, ਜਿਹੜੀਆਂ ਮੈਂ ਮੁੰਦਰਾ ਪਾਉਣੀਆਂ। ਆਓ ਮੈਂ ਤੁਹਾਨੂੰ ਦੱਸਦਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇਹ ਸਤਿਗੁਰੂ ਮਹਾਰਾਜ ਨੇ ਉੱਥੇ ਵੇਸ ਭੂਸ਼ਾ ਜੋਗੀਆਂ ਦੀ ਦੱਸੀ। ਗੁਰੂ ਨਾਨਕ ਦੇਵ ਮਹਾਰਾਜ ਤੇ ਪ੍ਰਭਾਵ ਪਾਉਣ ਵਾਸਤੇ ਜਿਹੜਾ ਜੋਗੀ ਹੈ, ਉਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਆਖਦੇ ਆ ਕਿ ਨਾਨਕ ਜੀ ਤੁਸੀਂ ਆ ਖੱਪਰ ਲੈ ਕੇ ਜਾਓ ਤੇ ਸਾਹਮਣੇ ਤਲਾਬ ਹੈ, ਉਹਦੇ ਵਿੱਚੋਂ ਪਾਣੀ ਭਰ ਕੇ ਲਿਆਓਗੇ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ ਬਿਲਕੁਲ ਜਾਵਾਂਗਾ। ਸਤਿਗੁਰੂ ਮਹਾਰਾਜ ਉਹ ਖੱਪਰ ਲੈ ਕੇ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਤਲਾਬ ਦੇ ਉੱਤੇ ਪਹੁੰਚੇ, ਉੱਥੇ ਪਾਣੀ ਸੁੱਕ ਚੁੱਕਿਆ ਸੀ। ਜੋਗੀਆਂ ਨੇ ਕਰਾਮਾਤ ਕੀਤੀ ਕਿ ਪਾਣੀ ਸਾਰਾ ਸੁਕਾ ਦਿੱਤਾ, ਤੇ ਉਹ ਸਾਰੇ ਦਾ ਸਾਰਾ ਤਲਾਬ ਜਿਹੜਾ ਸੀ ਉਹ ਹੀਰਿਆਂ ਤੇ ਜਵਾਹਰਾਤਾਂ ਨਾਲ ਭਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਗਏ ਤੇ ਪਰਤ ਕੇ ਖਾਲੀ ਖੱਪਰ ਲੈ ਕੇ ਤੇ ਵਾਪਸ ਜੋਗੀਆਂ ਕੋਲ ਆਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਦੇ ਨੇ, ਪਾਣੀ ਨਹੀਂ ਲੈ ਕੇ ਆਏ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉੱਥੇ ਪਾਣੀ ਹੈ ਕੋਈ ਨਹੀਂ ਸੀ। ਜੋਗੀ ਆਖਦੇ ਨੇ ਕਿ ਜੇਕਰ ਪਾਣੀ ਨਹੀਂ ਸੀ ਤੇ ਫਿਰ ਹੋਰ ਕੀ ਸੀ? ਸਤਿਗੁਰੂ ਮਹਾਰਾਜ ਕਹਿੰਦੇ ਹੋਰ ਦੀ ਚਾਹਨਾ ਮੇਰੇ ਮਨ ਦੇ ਵਿੱਚ ਨਹੀਂ ਸੀ, ਮੈਂ ਕੇਵਲ ਪਾਣੀ ਦੇਖਣ ਵਾਸਤੇ ਗਿਆ। ਜੇ ਪਾਣੀ ਨਹੀਂ ਤੇ ਮੈਂ ਪਰਤ ਕੇ ਵਾਪਸ ਆਇਆ। ਤੇ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਉਹ ਧਨ ਦੌਲਤ ਦੇ ਨਾਲ ਭਰਮਾਉਣਾ ਚਾਹੁੰਦੇ ਆ, ਕਰਾਮਾਤਾਂ ਦੇ ਨਾਲ ਭਰਮਾਉਣਾ ਚਾਹੁੰਦੇ ਆ, ਸੱਚੇ ਪਾਤਸ਼ਾਹ ਮਹਾਰਾਜ ਉਹ ਐਸੇ ਨੇ ਕਿ ਜਿਨ੍ਹਾਂ ਨੇ ਕੀਤੋਸ ਆਪਣਾ ਪੰਥ ਨਿਰਾਲਾ। ਸੱਚੇ ਪਾਤਸ਼ਾਹ ਮਹਾਰਾਜ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਮਹਾਰਾਜ ਨੇ ਜਿਹੜੇ ਪੰਥ ਦੀ ਨੀਂਹ ਰੱਖੀ ਆ, ਉਹਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਨਾ ਤੇ ਜੋਗੀਆਂ ਦੇ ਵਿੱਚ ਰਲਣ ਦਿੱਤਾ, ਨਾ ਉਹਨੂੰ ਸਿੱਧਾਂ ਦੇ ਪ੍ਰਭਾਵ ਹੇਠ ਆਉਣ ਦਿੱਤਾ, ਨਾ ਉਹਨੂੰ ਤੀਰਥਾਂ ਦੇ ਪ੍ਰਭਾਵ ਹੇਠ ਆਉਣ ਦਿੱਤਾ, ਨਾ ਉਹਨੂੰ ਕਰਾਮਾਤਾਂ 'ਚ ਫਸਣ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਜਿਹੜੀ ਗੋਸ਼ਟ ਹੁੰਦੀ ਆ ਕਰਾਮਾਤਾਂ ਦਿਖਾਉਣ ਦੀ, ਉਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ। ਦਰਸ਼ਨ ਤੋਂ ਭਾਵ ਹੁੰਦਾ ਹੈ ਕਿ ਸਾਡਾ ਚੇਲਾ ਕਿਵੇਂ ਬਣੇ, ਕਿਵੇਂ ਦਰਸ਼ਨ ਇਹ ਲੇਵੇ ਬਾਲਾ। ਬਾਲਾ ਕਹਿ ਕੇ ਗੁਰੂ ਨਾਨਕ ਨੂੰ ਆਖਦੇ ਨੇ, ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਇਹ ਲੇਵੇ ਬਾਲਾ। ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਪਰ ਲੈਵਨ ਉੱਠ ਚਾਲਾ। ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਥੇ ਉਹ ਕਰਾਮਾਤ ਜਿਹੜੀ ਸੀ ਉਹਨਾਂ ਦੀ ਪਿੱਛੇ ਰਹਿ ਗਈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਫਿਰ ਉਹ ਆਖਦੇ ਨੇ, ਕਹਿਣ ਲੱਗੇ ਨਾਨਕ ਆ ਦੇਖੋ ਤੁਸੀਂ ਅਜੇ ਛੋਟੀ ਜੀ ਉਮਰ ਦੇ ਹੋ। ਸੰਸਾਰ ਦੇ ਵਿੱਚ ਲੋਕ ਚਾਹੁੰਦੇ ਆ ਕਿ ਸਾਡੀ ਉਮਰਾਂ ਲੰਮੀਆਂ ਹੋਵਨ। ਵਿਦਵਾਨ ਲੋਕ ਆਖਦੇ ਨੇ ਕਿ ਬਹੁਤੀ ਜ਼ਿੰਦਗੀ ਜੀਣ ਦਾ ਮਤਲਬ ਕੋਈ ਨਹੀਂ ਹੁੰਦਾ। ਇਹ ਜ਼ਰੂਰ ਹੈ ਕਿ ਜ਼ਿੰਦਗੀ ਜਿੰਨੀ ਤੁਸੀਂ ਜੀ ਹੈ, ਜਿੰਨਾ ਚਿਰ ਜਿਉਂਦੇ ਰਹੇ ਹੋ, ਸਫਲ ਤਰੀਕੇ ਨਾਲ ਜਿਉਂਦੇ ਹੋਵੋ। ਜ਼ਿੰਦਗੀ ਬਹੁਤੀ ਨਹੀਂ, ਥੋੜੀ ਜੀਵੋ ਪਰ ਸਫਲ ਜੀਵੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਪਾਤਸ਼ਾਹ ਦੇਖੋ ਮਾਤ ਲੋਕ ਵਿੱਚ ਕੇਵਲ ਪੌਣੇ 42 ਸਾਲ ਰਹੇ ਆ। ਪੌਣੇ 42 ਸਾਲ ਦੀ ਉਮਰ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਪੌਣੇ 42 ਸਾਲਾਂ ਦੇ ਵਿੱਚ ਇੰਨੇ ਇੱਕ ਵਿਚਿੱਤਰ ਨਾਟਕ ਕਰ ਗਏ ਕਿ ਜਿਹੜੇ ਲੋਕ ਲੱਖਾਂ ਸਾਲ ਉਮਰ ਜੀ ਕੇ ਵੀ ਨਹੀਂ ਕਰ ਸਕਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਖਦੇ ਨੇ ਕਿ ਲੰਮੀ ਉਮਰ ਹੋ ਸਕਦੀ, ਤੁਹਾਨੂੰ ਸਿੱਧੀ ਸਿਖਾਈ ਜਾਏਗੀ, ਕਰਾਮਾਤ ਸਿਖਾਈ ਜਾਏਗੀ, ਤੁਹਾਨੂੰ ਪੁਰਾਣਾ ਇਲਜ਼ਾਮ ਜਿਹੜਾ ਹੈ ਉਹ ਸਿਖਾਇਆ ਜਾਏਗਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਕੀ ਹੋਏਗਾ? ਸਿੱਧ ਆਖਦੇ ਨੇ, ਕਹਿਣ ਲੱਗੇ ਫਿਰ ਉਮਰ ਲੰਮੀ ਹੋ ਜਾਏਗੀ। ਸਤਿਗੁਰ ਮਹਾਰਾਜ ਕਹਿੰਦੇ ਕਿੰਨੀ ਲੰਮੀ ਹੋਏਗੀ? ਕਹਿਣ ਲੱਗੇ ਕਿ ਉਮਰ ਜਿੰਨੀ ਚਾਹੋ ਉਨੀ ਲੰਮੀ ਹੋ ਸਕਦੀ, ਜੁਗਾਂ ਤੱਕ ਉਮਰ ਲੰਮੀ ਹੋ ਸਕਦੀ ਹੈ। ਹੁਣ ਸੱਚੇ ਪਾਤਸ਼ਾਹ ਮਹਾਰਾਜ ਫਿਰ ਇਸ ਗੱਲ ਨੂੰ ਇਸ ਪੌੜੀ ਵਿੱਚ ਲਿਖਦੇ ਪਏ ਆ। ਇੱਕ ਗੱਲ ਨੂੰ ਧਿਆਨ ਦੇ ਨਾਲ ਸੁਣਿਓ ਕਿ ਦੇਖੋ ਬੰਦਾ ਇਨਸਾਨ ਜਿਹੜਾ ਹੈ ਉਹ ਸੱਪ ਤੋਂ ਨਹੀਂ ਡਰਦਾ, ਪਰ ਉਹ ਇਸ ਕਰਕੇ ਡਰਦਾ ਹੈ ਕਿ ਸੱਪ ਦੇ ਅੰਦਰ ਜ਼ਹਿਰ ਹੈ, ਜੇਕਰ ਉਹ ਸੱਪ ਲੜੇਗਾ ਤੇ ਮੇਰੀ ਮੌਤ ਹੋਏਗੀ। ਡਰ ਕੇਵਲ ਮੌਤ ਦਾ ਹੈ, ਜ਼ਹਿਰ ਦਾ ਹੈ, ਸੱਪ ਦਾ ਡਰ ਕੋਈ ਨਹੀਂ। ਸ਼ੇਰ ਸਾਹਮਣੇ ਆ ਗਿਆ, ਇਨਸਾਨ ਨੂੰ ਡਰ ਸ਼ੇਰ ਦਾ ਨਹੀਂ, ਪਰ ਡਰ ਇਸ ਗੱਲ ਦਾ ਜਦੋਂ ਇਹ ਹਮਲਾ ਕਰੇਗਾ ਮੇਰੀ ਮੌਤ ਹੋ ਜਾਏਗੀ, ਮੌਤ ਦਾ ਡਰ ਹੈ। ਬਾਣੀ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਕੇ ਆਖਦੇ ਨੇ
ਕਿ ਜਿਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸਿਆ। ਅਬ ਕੈਸੇ ਮਰੂੰ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਕਹਿੰਦੇ ਨੇ ਲੋਕ ਜਿਹੜੇ ਨੇ ਉਹ ਜ਼ਿੰਦਗੀ ਚਾਹੁੰਦੇ ਆ ਕਿ ਜ਼ਿੰਦਗੀ ਲੰਮੀ ਹੋਵੇ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਨਹੀਂ ਸੋਚਦੇ ਕਿ ਜ਼ਿੰਦਗੀ ਸਫਲਾ ਕਿਵੇਂ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇ ਜੁਗ ਚਾਰੇ ਆਰਜਾ। ਹੁਣ ਜਿਹੜਾ ਜੇ ਅਰਥ ਹੈ ਨਾ, ਜੇ ਸ਼ਬਦ ਆ, ਇਹ ਬਿਲਕੁਲ ਇਵੇਂ ਆ ਕਿ ਇਹਨੂੰ ਮੁਕੰਮਲ ਨਹੀਂ ਕੀਤਾ ਜਾ ਸਕਦਾ, ਇਹਨੂੰ ਮੁਕੰਮਲ ਨਹੀਂ ਹੋ ਸਕਦਾ। ਜਿਹੜੀ ਗੱਲ ਜੇ ਦੇ ਨਾਲ ਆ ਗਈ ਉਹ ਪੂਰੀ ਨਹੀਂ ਹੋ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਜੁਗ ਚਾਰੇ ਆਰਜਾ। ਜੇ ਆਰਜਾ ਤੋਂ ਭਾਵ ਹੁੰਦਾ ਹੈ ਉਮਰਾ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਉਮਰ 4 ਯੁੱਗ ਹੋਵੇ। ਵਿਦਵਾਨ ਲੋਕ ਆਖਦੇ ਨੇ ਕਿ ਯੁੱਗ ਜਿਹੜਾ ਹੈ ਨਾ ਜੀ, ਯੁੱਗ ਹਜ਼ਾਰਾਂ ਸਾਲਾਂ ਦਾ ਜਿਹੜਾ ਇੱਕ ਸਮੇਂ ਨੂੰ ਕਿਹਾ ਜਾਂਦਾ ਕਿ ਇੱਕ ਯੁੱਗ। ਕਈ ਵਿਦਵਾਨਾਂ ਨੇ 5000 ਸਾਲ ਕਿਹਾ, ਕਈ ਵਿਦਵਾਨਾਂ ਨੇ ਵੱਖ-ਵੱਖ ਯੁੱਗਾਂ ਦੀ ਵੱਖ-ਵੱਖ ਉਮਰ ਆਖੀ। ਸੋ ਜਿਹੜਾ ਯੁੱਗ ਹੈ ਉਹ ਮੰਨ ਲਿਆ ਜਾਵੇ ਕਿ 5000 ਸਾਲ ਉਹਦੀ ਉਮਰ ਇੱਕ ਯੁੱਗ ਦੀ, ਤੇ 4 ਯੁੱਗ ਦੀ 20000 ਸਾਲ ਉਮਰ ਹੋ ਗਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇਕਰ ਸਾਡੀ ਉਮਰ 4000 ਸਾਲ ਹੋਵੇ ਜਾਂ 4 ਯੁੱਗਾਂ ਜਿੰਨੀ ਹੋਵੇ, ਜੇ ਯੁੱਗ ਚਾਰੇ ਆਰਜਾ ਹੋਰ ਦਸੂਨੀ ਹੋਏ। ਉਹ ਕਹਿੰਦੇ ਜੀ 4 ਯੁੱਗਾਂ ਤੱਕ ਵੱਧ ਜੇਗੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ 4 ਛੱਡੋ, ਜੇ 10 ਗੁਣਾ ਹੋਰ ਹੋ ਜਾਏ। ਹੁਣ ਜਿਹੜੇ ਸੰਪਰਦਾਇ ਅਰਥ ਕਰਦੇ ਉਹ 40 ਨਹੀਂ ਕਰਦੇ, ਉਹ ਕਹਿੰਦੇ ਨੇ 4 ਤੇ ਗੁਣਾ 10 44 ਯੁੱਗ ਹੋ ਜਾਵੇ। ਜੇ ਯੁੱਗ ਚਾਰੇ ਆਰਜਾ ਹੋਰ ਦਸੂਨੀ 10 ਗੁਣਾ ਹੋਰ ਹੋ ਜਾਏ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਕੀ ਹੋਵੇਗਾ। ਕਹਿੰਦੇ ਨੇ ਜੀ ਬੜਾ ਨਾਮ ਕਈ ਵਾਰੀ ਬਣ ਜਾਂਦਾ। ਹਰ ਇਨਸਾਨ ਕੁਝ ਕੁ ਚੀਜ਼ਾਂ ਆਪਣੀ ਜ਼ਿੰਦਗੀ ਵਿੱਚ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਇੱਕ ਤਾਂ ਮੇਰੀ ਉਮਰ ਲੰਮੀ ਹੋਵੇ, ਦੂਸਰਾ ਸੰਸਾਰ ਦੇ ਉੱਤੇ ਮੇਰਾ ਰਾਜ ਹੋ ਸਕੇ, ਸੰਸਾਰ ਦੇ ਵਿੱਚ ਲੋਕ ਮੈਨੂੰ ਜਾਣ ਸਕਣ, ਤੀਸਰਾ ਉਹ ਕਹਿੰਦਾ ਹੈ ਕਿ ਮੇਰਾ ਨਾਮ ਚੰਗਾ ਬਣ ਜਾਏ, ਜਿੱਥੇ ਜਾਵਾਂ ਉੱਥੇ ਲੋਕਾਂ ਦੀ ਭੀੜ ਮੇਰੇ ਪਿੱਛੇ ਹੋਵੇ। ਚੌਥੀ ਉਹ ਗੱਲ ਆਖਦਾ ਹੈ, ਕਹਿਣ ਲੱਗਾ ਮੈਂ ਜਦੋਂ ਤੁਰਾਂ ਨਾ ਮੇਰੇ ਪਿੱਛੇ ਲੋਕ ਮੇਰੀ ਵਡਿਆਈ ਜ਼ਰੂਰ ਕਰਨ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਸਾਰਾ ਕੁਝ ਜੇਕਰ ਮਿਲ ਜਾਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਤਿਗੁਰੂ ਪ੍ਰਮਾਣ ਇੱਕ ਬਖਸ਼ਿਸ਼ ਕਰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੁਖ ਸੰਬੂਹਾ ਭੋਗ। ਸੰਬੂਹਾ ਤੋਂ ਭਾਵ ਕਿ ਇਕੱਠ। ਹੁਣ ਦੇਖੋ ਕਈ ਸੁੱਖ ਜ਼ਿੰਦਗੀ ਦੇ ਵਿੱਚ ਆਏ ਹੋਏ ਹੋਵਨ, ਬਹੁਤ ਸਾਰੇ ਸੁੱਖ ਹੋਣ ਜ਼ਿੰਦਗੀ ਦੇ ਵਿੱਚ। ਸਤਿਗੁਰੂ ਮਹਾਰਾਜ ਜੈਤਸਰੀ ਕੀ ਵਾਰ ਦੇ ਵਿੱਚ ਵੀ ਆਖਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਨਦਾ, ਕਿਛ ਨਾਹੇ ਵਿਸੂਰੇ, ਸੋ ਪ੍ਰਭ ਚਿਤ ਨ ਆਵੇ, ਵਿਸ਼ਟਾ ਕੇ ਕੀੜੇ। ਜਿਹੜਾ ਮਹਾਰਾਜ ਨੇ ਅੱਗੇ ਜਾ ਕੇ ਆਖਿਆ ਨਾ ਕਿ ਦੋਸ਼ੀ ਦੋਸ਼ ਧਰੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਇਹ ਮਹਾਰਾਜ ਆਖਦੇ ਪਏ ਨੇ ਕਿ ਜੇਕਰ ਜਿਸ ਘਰ ਦੇ ਵਿੱਚ ਤੂੰ ਰਹਿਣਾ ਹੈ ਨਾ ਉਹ ਘਰ ਸੋਨੇ ਦਾ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗ੍ਰਹਿ ਸੋਇਨ ਚੰਦਨ ਸੁਗੰਧ। ਹੁਣ ਘਰ ਦੇ ਵਿੱਚ ਅਸੀਂ ਪੇਂਟ ਕਰਦੇ ਆ ਨਾ, ਸੁਗੰਧੀ ਆਸਤੇ ਅਸੀਂ ਸੈਂਟ ਲਾ ਦਿੰਨੇ ਆ, ਇਤਰ ਪਰਫਿਊਮ ਵਰਤਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਚੰਦਨ ਸੁਗੰਧ ਸਭ ਤੋਂ ਮਹਿੰਗੀ ਸੁਗੰਧੀ ਤੇਰੇ ਘਰ ਦੇ ਵਿੱਚ ਹੋਵੇ। ਚੰਦਨ ਦੀ ਸੁਗੰਧੀ ਤੇਰੇ ਘਰ ਦੇ ਵਿੱਚ ਹੋਵੇ, ਸੋਨੇ ਦਾ ਤੇਰਾ ਘਰ ਹੋਵੇ। ਬਹੁਤ ਘੱਟ ਲੋਕ ਹੋਏ ਨੇ ਜਿਨ੍ਹਾਂ ਨੇ ਸੋਨੇ ਦੇ ਘਰ ਬਣਾਏ। ਸੋਨੇ ਦਾ ਘਰ ਬਣਾਇਆ ਸੀ ਰਾਵਣ ਨੇ, ਪਰ ਜਿਹੜਾ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੀ ਅਧਕਾਈ, 12 ਜੋਜਨ ਛਤਰ ਚਲੇ ਥਾ, ਦੇਈ ਗਿਰਜਨਾ ਖਾਈ। ਉਹਨੇ ਘਰ ਸੋਨੇ ਦਾ ਬਣਾਇਆ ਪਰ ਉਹ ਵੀ ਖਤਮ ਹੋ ਗਿਆ। ਇੱਕ ਬੜੀ ਉਦਾਹਰਨ ਸੋਹਣੀ ਪਿਆਰੀ ਵਿਦਵਾਨ ਦਿੰਦੇ ਨੇ। ਉਹ ਕਹਿੰਦੇ ਨੇ ਕਿ ਦੇਖੋ ਰਾਵਣ ਦੇ ਜੀਵਨ ਦੇ ਵਿੱਚ ਸੰਤੋਖ ਨਹੀਂ ਸੀ, ਰਾਵਣ ਦੇ ਜੀਵਨ ਦੇ ਵਿੱਚ ਅਦਬ ਪਿਆਰ ਨਹੀਂ ਸੀ, ਨਿਮਰਤਾ ਨਹੀਂ ਸੀ। ਉਹਦਾ ਘਰ ਸੋਨੇ ਦਾ ਸੀ ਪਰ ਸਾਰਾ ਕੁਝ ਹੀ ਖਤਮ ਹੋ ਗਿਆ। ਸੋਨੇ ਦਾ ਘਰ ਖਤਮ ਹੋ ਗਿਆ। 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਨਾ ਉਹਦੇ ਘਰ ਦੇ ਵਿੱਚ ਪੁੱਤ ਰਿਹਾ, ਨਾ ਧੀ ਰਹੀ, ਨਾ ਕੋਈ ਉਹਨੂੰ ਯਾਦ ਕਰਨ ਵਾਲਾ ਰਿਹਾ, ਨਾ ਉਹਦੇ ਨਾਮ ਤੇ ਕੋਈ ਦੀਵਾ ਜਗਾਉਣ ਵਾਲਾ ਰਿਹਾ। ਤੇ ਦੂਸਰੇ ਪਾਸੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ, ਨਾ ਪਰਿਵਾਰ, ਨਾ ਮਾਤਾ ਰਹੀ, ਨਾ ਪਿਤਾ ਰਹੇ, ਨਾ ਘਰ ਰਿਹਾ, ਨਾ ਕੁਝ ਖਾਣ ਨੂੰ ਚੰਗਾ, ਨਾ ਕੁਝ ਪਹਿਨਣ ਨੂੰ ਚੰਗਾ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਨਿਮਰਤਾ ਜਿਹੜੀ ਹੈ। ਅੱਜ ਸਤਿਗੁਰੂ ਮਹਾਰਾਜ ਜੀ ਦਾ ਘਰ ਜਿਹੜਾ ਹੈ ਉਹ ਸੋਨੇ ਦਾ, ਸਵਰਨ ਦਾ ਬਣਿਆ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਆ ਕਿ ਧੰਨ ਗੁਰੂ ਰਾਮਦਾਸ ਮਹਾਰਾਜ, ਜੈਸਾ ਤੇਰਾ ਘਰ ਏ ਐਸਾ ਸੰਸਾਰ ਦੇ ਵਿੱਚ ਹੋਰ ਘਰ ਹੀ ਕੋਈ ਨਹੀਂ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ। ਕਿਸੇ ਵੀ ਗੁਰੂ ਘਰੇ ਜਾਓ,
ਬਹੁਤੇ ਗੁਰੂ ਘਰ ਚਲੋ ਜ਼ਮੀਨ ਗਰਾਊਂਡ ਲੈਵਲ ਤੇ ਵੀ ਬਣੇ ਹੋਣਗੇ ਤੇ ਇੱਕ ਅੱਧਾ ਸਟੈਪ ਚੜ ਕੇ ਅਸੀਂ ਜਾਂਦੇ ਜਾਂ ਬਰਾਬਰ ਤੇ ਪੈਰ ਰੱਖਦੇ ਆ, ਪਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕੋ ਇੱਕ ਸੰਸਾਰ ਦੇ ਵਿੱਚ ਐਸਾ ਸਥਾਨ ਆ ਕਿ ਜਿੱਥੇ ਜੇਕਰ ਜਾਣਾ ਹੋਵੇ ਤੇ ਉੱਤਰ ਕੇ ਜਾਈਦਾ, ਨੀਵੇਂ ਹੋ ਕੇ ਜਾਈਦਾ, ਪੌੜੀਆਂ ਉੱਤਰ ਕੇ ਜਾਂਦੇ ਆ। ਔਰ ਇਸੇ ਕਰਕੇ ਅਸੀਂ ਅਰਦਾਸ ਵਿੱਚ ਕਹਿੰਦੇ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਕਿਰਪਾ ਕਰਿਓ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਬਖਸ਼ਿਓ। ਦਰਸ਼ਨ ਇਸ਼ਨਾਨ ਤੋਂ ਭਾਵ ਸੀ ਕਿ ਜਿਵੇਂ ਇੱਕ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਬਹੁਤ ਕੀਤੀ ਸਾਡੇ ਤੇ, ਬਾਰ-ਬਾਰ ਗੁਰੂ ਦੀ ਕਿਰਪਾ ਦੇ ਅੱਗੇ ਸਿਰ ਝੁਕ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਆਖਦੇ ਆ ਨਾ ਕਿ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਹਿਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਪੰਜਾਂ ਨੂੰ ਮਹਾਰਾਜ ਨੇ ਬਹੁਤ ਪ੍ਰਧਾਨਤਾ ਦਿੱਤੀ। ਜੇਕਰ ਪਿਆਰਿਆਂ ਦੀ ਗਿਣਤੀ ਹੋਈ ਤੇ ਉੱਥੇ ਵੀ ਪੰਜ ਪਿਆਰੇ ਗਿਣੇ, ਜੇਕਰ ਕਕਾਰਾਂ ਦੀ ਗਿਣਤੀ ਹੋਈ ਤੇ ਉੱਥੇ ਵੀ ਪੰਜ ਕਕਾਰ ਦਿੱਤੇ, ਜੇਕਰ ਤਖਤਾਂ ਦੀ ਗਿਣਤੀ ਕੀਤੀ ਤੇ ਉੱਥੇ ਵੀ ਪੰਜ ਤਖਤ ਦਿੱਤੇ, ਤੇ ਜੇਕਰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ ਤੇ ਉੱਥੇ ਵੀ ਪੰਜ ਸਰੋਵਰ ਦਿੱਤੇ। ਵਿਵੇਕ ਸਰ ਦਿੱਤਾ, ਸੰਤੋਖ ਸਰ ਦਿੱਤਾ, ਕੌਲ ਸਰ ਦਿੱਤਾ, ਰਾਮ ਸਰ ਦਿੱਤਾ ਤੇ ਹਰਮੰਦਰ ਸਾਹਿਬ, ਇਹ ਪੰਜ ਸਰੋਵਰ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਘਰ ਨਿਮਰਤਾ ਦਾ ਘਰ, ਸੋਨੇ ਦਾ ਘਰ ਰਾਮਨ ਦਾ, ਪਰ ਹੰਕਾਰ ਕਰਕੇ ਸਾਰਾ ਕੁਝ ਚਲੇ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਤੁਸੀਂ ਕਿਤੇ ਗਵਾਲੀਅਰ ਜਾਓ ਨਾ ਜੀ, ਗਵਾਲੀਅਰ ਜਾਓ ਤੇ ਗਵਾਲੀਅਰ ਦੇ ਵਿੱਚ ਇੱਕ ਵਿਲਾਸ ਰਾਓ ਪੈਲਸ ਹੈ, ਵਿਲਾਸ ਰਾਓ ਪੈਲਸ। ਦੋ ਰਾਜੇ ਹੋਏ ਨੇ, ਮਾਧੋ ਰਾਓ ਸਿੰਧੀਆ, ਜੀਵਾ ਰਾਓ ਸਿੰਧੀਆ। ਇਹਨਾਂ ਨੇ ਆਪਣਾ ਜਿਹੜਾ ਘਰ ਬਣਾਇਆ, ਆਪਣਾ ਮਹਿਲ ਬਣਾਇਆ, ਉਸ ਘਰ ਦੇ ਵਿੱਚ ਜਿਹੜਾ ਟੇਬਲ ਬਣਾਇਆ ਜਿੱਥੇ ਬੈਠ ਕੇ ਰੋਟੀ ਖਾਂਦੇ ਸੀ, ਉਸ ਟੇਬਲ ਨੂੰ ਸੋਨੇ ਤੇ ਚਾਂਦੀ ਨਾਲ ਬਣਾਇਆ। ਉਸ ਟੇਬਲ ਦੇ ਉੱਪਰ ਜਿਹੜੀਆਂ ਥਾਲੀਆਂ ਪਲੇਟਾਂ ਰੱਖੀਆਂ ਜਾਂਦੀਆਂ, ਚਮਚੇ ਰੱਖੇ ਜਾਂਦੇ, ਉਹ ਵੀ ਸੋਨੇ ਤੇ ਚਾਂਦੀ ਦੇ ਬਣੇ ਆ। ਅੱਜ ਵੀ ਜੇਕਰ ਕੋਈ ਦੇਖਦਾ ਇਹਨਾਂ ਨੂੰ ਮਿਊਜ਼ੀਅਮ ਦੇ ਵਿੱਚ ਤਬਦੀਲ ਕੀਤਾ ਤੇ ਟਿਕਟ ਲਾ ਦਿੰਦੇ ਨੇ ਕਿ ਜਾ ਕੇ ਦੇਖ ਸਕਦੇ ਹੋ। ਸਤਿਗੁਰੂ ਮਹਾਰਾਜ ਕਹਿੰਦੇ ਇਹ ਹਕੀਕਤ ਹੈ ਕਿ ਸੋਨੇ ਦਾ ਘਰ ਬਣਾਇਆ ਜਾ ਸਕਦਾ ਹੈ। ਬਹੁਤ ਧਨਵਾਨ ਲੋਕ ਨੇ ਜਿਹੜੇ ਸੋਨੇ ਦਾ ਘਰ ਬਣਾ ਸਕਦੇ ਆ, ਤੇ ਘਰ ਦੇ ਵਿੱਚ ਸੁਗੰਧੀ ਜਿਹੜੀ ਹੈ ਉਹ ਆਮ ਸੁਗੰਧੀ ਨਹੀਂ, ਬਹੁਤ ਕੀਮਤੀ ਚੰਦਨ ਦੀ ਸੁਗੰਧੀ ਜਿਹੜੀ ਹੈ ਉਹ ਵਰਤਦੇ ਆ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਤੇ ਸਜਾਵਟ ਕਰਨ ਵਾਸਤੇ ਕੱਚ ਨਹੀਂ, ਆਰਟੀਫੀਸ਼ਲ ਨਹੀਂ, ਬਨਾਵਟੀ ਨਹੀਂ, ਸੋਨੇ ਚਾਂਦੀ ਤੇ ਹੀਰੇ ਮੋਤੀਆਂ ਨੂੰ ਸਜਾਵਟ ਕੀਤੀ ਹੋਵੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਨਦਾ ਕਿਛ ਨਾਹੇ ਵਿਸੂਰੇ। ਮਨ ਇੱਛੇ ਤੋਂ ਭਾਵ ਹੁੰਦਾ ਹੈ ਜੀ ਕਿ ਮਨ ਦੇ ਵਿੱਚ ਥੋਟ ਬਣਿਆ, ਮਨ ਦੇ ਵਿੱਚ ਫੁਰਨਾ ਬਣਿਆ ਕਿ ਆ ਚਾਹੀਦਾ ਹੈ। ਅਜੇ ਮਨ 'ਚ ਹੀ ਖਿਆਲ, ਅਜੇ ਜੀਭ ਦੇ ਨਾਲ ਬੋਲੇ ਵੀ ਨੇ ਕਿ ਆ ਚਾਹੀਦਾ ਹੈ, ਅਜੇ ਸੋਚਿਆ ਹੀ ਆ ਤੇ ਉਹ ਫੁਰਨਾ ਪੂਰਾ ਹੋ ਗਿਆ, ਉਹ ਚੀਜ਼ ਮਿਲ ਜਾਵੇ। ਇਹਨੂੰ ਕਹਿੰਦੇ ਨੇ ਮਨ ਇੱਛੇ ਸੁਖ ਮਾਨਦਾ। ਜੋ ਮਨ ਦੇ ਵਿੱਚ ਆਇਆ ਉਹ ਸੁਖ ਮਿਲ ਗਿਆ। ਮਨ ਇੱਛੇ ਸੁਖ ਮਾਨਦਾ ਕਿਛ ਨਾਹੇ ਵਿਸੂਰੇ। ਤੇ ਵਿਸੂਰੇ ਤੋਂ ਭਾਵ ਹੁੰਦਾ ਕਿ ਚਿੰਤਾ ਕੋਈ ਨਹੀਂ, ਫਿਕਰ ਕੋਈ ਨਹੀਂ, ਜੀਵਨ 'ਚ ਦੁੱਖ ਕੋਈ ਨਹੀਂ, ਪਰੇਸ਼ਾਨੀ ਕੋਈ ਨਹੀਂ ਆ। ਮਨ ਇੱਛੇ ਸੁਖ ਮਾਨਦਾ ਕਿਛ ਨਾਹੇ ਵਿਸੂਰੇ। ਪਰ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਕੁਝ ਹੁੰਦਿਆਂ ਹੋਇਆਂ ਸੋਨੇ ਦਾ ਘਰ, ਚੰਦਨ ਦੀ ਸੁਗੰਧੀ, ਹੀਰੇ ਮੋਤੀ ਲੱਗੇ, ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਸੁਖ ਦੁੱਖ ਜੀਵਨ ਵਿੱਚ ਕੋਈ ਨਹੀਂ। ਪਰ ਸੋ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀੜੇ, ਜੇ ਰੱਬ ਚੇਤੇ ਵਿੱਚ ਨਹੀਂ ਆ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੇਵਲ ਗੰਦਗੀ ਦਾ ਕੀੜਾ ਹੋ ਸਕਦਾ, ਵਿਸ਼ਟਾ ਦਾ ਕੀੜਾ ਹੋ ਸਕਦਾ ਹੈ, ਇਸ ਤੋਂ ਵੱਧ ਪਰਮਾਤਮਾ ਦੀ ਨਿਗਾਹ ਵਿੱਚ ਕੁਝ ਵੀ ਨਹੀਂ। ਮਹਾਰਾਜ ਕਹਿੰਦੇ ਨੇ ਸੁਖ ਸੰਬੂਹਾ ਭੋਗ। ਮਹਾਰਾਜ ਕਹਿੰਦੇ ਸੁੱਖਾਂ ਦੇ ਭੋਗਾਂ ਦਾ ਤੇਰੇ ਤੋਂ ਸਮੂਹ ਹੋਵੇ, ਬਹੁਤ ਸਾਰੇ ਸੁੱਖ ਤੇਰੇ ਕੋਲ ਹੋਵਨ। ਸੁਖ ਸਮੂਹਾ ਭੋਗ ਭੂਮ ਸਬਾਈ ਕੋ ਧਨੀ। ਤੇ ਸਾਰੀ ਧਰਤੀ ਦਾ ਤੂੰ ਰਾਜਾ ਹੋਵੇਂ, ਸਾਰੀ ਧਰਤੀ ਤੇ ਤੇਰਾ ਰਾਜ ਹੋਵੇ। ਜਿਵੇਂ ਸਿਕੰਦਰ ਨੇ ਕੋਸ਼ਿਸ਼ ਕੀਤੀ ਸੀ ਨਾ ਕਿ ਉਹਨੇ ਫੌਜ ਲੈ ਕੇ ਘਰੋਂ ਤੁਰਿਆ ਤੇ ਤੁਰਦਿਆਂ ਤੁਰਦਿਆਂ ਉਹਨੇ ਕਈ ਰਾਜ ਜਿਹੜੇ ਸੀ ਉਹ ਫਤਿਹ ਕਰਨੇ ਸ਼ੁਰੂ ਕਰ ਦਿੱਤੇ। ਮਨ ਦੇ ਵਿੱਚ ਇਹ ਰੱਖਿਆ ਸੀ ਕਿ ਮੈਂ ਸਾਰੀ ਦੁਨੀਆ ਦੇ ਉੱਤੇ ਰਾਜ ਕਰਨਾ ਹੈ, ਮੈਂ ਸਾਰੀ ਦੁਨੀਆ ਨੂੰ ਹਰਾਉਣਾ ਹੈ, ਮੈਂ ਕੱਲਾ ਜੇਤੂ ਜਰਨੈਲ ਬਣਨਾ ਚਾਹੁੰਦਾ ਹੈ।
ਪਰ ਆਪਣੀ ਮੁਹਿੰਮ ਜਿਹੜੀ ਸੀ ਉਹਨੂੰ ਰਾਹ 'ਚ ਹੀ ਛੱਡਣੀ ਪਈ। ਮਨ ਦੇ ਵਿੱਚ ਜਿਹੜਾ ਰਾਜ ਦੁਨੀਆ ਤੇ ਕਰਨ ਦਾ ਸੁਪਨਾ ਸੀ ਉਹ ਪੂਰਾ ਨਾ ਹੋ ਸਕਿਆ ਤੇ ਇੱਥੋਂ ਤੱਕ ਦੁਖਾਂਤ ਸੀ ਕਿ ਆਪਣੇ ਘਰੇ ਨਹੀਂ ਸੀ ਪਹੁੰਚਿਆ। ਰਸਤੇ ਵਿੱਚ ਜਾਂਦਿਆਂ ਸਮੁੰਦਰੀ ਜਹਾਜ਼ ਵਿੱਚ ਹੀ ਉਹਦੀ ਮੌਤ ਹੋ ਗਈ ਸੀ ਤੇ ਮਰਨ ਤੋਂ ਪਹਿਲਾਂ ਉਹਨੇ 2 ਗੱਲਾਂ ਆਖੀਆਂ। ਕਹਿਣ ਲੱਗਾ, ਜਦੋਂ ਮੈਂ ਮਰ ਜਾਵਾਂ ਨਾ, ਮੇਰੇ ਇੱਕ ਤਾਂ ਹੱਥ ਜਿਹੜੇ ਨੇ ਉਹ ਕਫਨ ਤੋਂ ਬਾਹਰ ਰੱਖਿਓ। ਦੂਸਰਾ ਉਹਨੇ ਕਿਹਾ ਕਿ ਮੇਰੀ ਅਰਥੀ ਜਿਹੜੀ ਆ ਨਾ, ਇਹਨੂੰ ਮੋਢਾ ਜਿਹੜਾ ਆ ਉਹ ਜਿਹੜੇ ਮੇਰੇ ਵੈਦ ਨਾਲ ਨੇ, ਡਾਕਟਰ ਨਾਲ ਨੇ, ਇਹ ਵੈਦ ਮੈਨੂੰ ਚੁੱਕ ਕੇ ਲੈ ਕੇ ਜਾਣ। ਤੀਸਰਾ ਉਹਨੇ ਕਿਹਾ, ਕਹਿਣ ਲੱਗੇ ਕਿ ਜਿਹੜੇ ਰਾਵਾਂ ਥਾਨੀ ਅਰਥੀ ਲੰਗੇ ਉਹਨਾਂ ਰਾਵਾਂ ਦੇ ਵਿੱਚ ਪੈਸੇ ਵਿਛਾ ਦਿਓ। ਕਹਿੰਦੇ ਕਿਉਂ? ਜਿਹੜੇ ਨਾਲ ਸੀ ਉਹਨਾਂ ਪੁੱਛਿਆ, ਕਹਿੰਦੇ ਕਿਉਂ ਬਾਦਸ਼ਾਹ? ਕਹਿੰਦੇ ਵੈਦ ਇਸ ਕਰਕੇ ਮੋਢਾ ਦੇਣ ਕਿ ਜ਼ਿੰਦਗੀ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਬੰਦਾ ਡਾਕਟਰ ਦੇ ਕੋਲ, ਵੈਦ ਕੋਲ ਜਾਂਦਾ ਏ। ਮੇਰੇ ਕੋਲ ਦੁਨੀਆ ਦੇ ਆਲਾ ਦਰਜੇ ਦੇ ਵੈਦ ਸੀ ਪਰ ਬਚਾ ਨਹੀਂ ਸਕੇ। ਦੂਸਰਾ ਹੱਥ ਇਸ ਕਰਕੇ ਬਾਹਰ ਕੱਢਿਓ ਕਿ ਸੰਸਾਰ 'ਚ ਮੈਂ ਕਮਾਇਆ ਬਹੁਤ ਕੁਝ ਪਰ ਮੈਂ ਲੈ ਕੇ ਕੁਝ ਨਹੀਂ ਚੱਲਿਆ, ਤੇ ਪੈਸੇ ਇਸ ਕਰਕੇ ਵਿਛਾ ਦਿਓ ਕਿ ਇਹ ਪੈਸਾ ਜਿਹੜਾ ਹੈ ਇਹ ਇੱਥੇ ਤਾਂ ਜਿਉਣ ਵਾਸਤੇ ਬਹੁਤ ਕੁਝ ਦੇ ਦਿੰਦਾ ਏ ਪਰ ਇਹ ਜ਼ਿੰਦਗੀ ਨਹੀਂ ਬਚਾ ਸਕਦਾ। ਇਹ ਨਾਲ ਨਹੀਂ ਜਾਣਾ, ਇਹ ਇੱਥੇ ਹੀ ਛੱਡ ਕੇ ਜਾਣਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜੇ ਜੁਗ ਚਾਰੇ ਆਰਜਾ, ਜੇ ਉਮਰ ਲੰਮੀ ਹੋਵੇ। ਦੇਖੋ ਕਈ ਵਾਰੀ ਘਰ ਦੇ ਵਿੱਚ ਕਿਸੇ ਦੇ ਬੱਚਾ ਜਨਮੇ ਤੇ ਜਦੋਂ ਕੋਈ ਦੇਖਣ ਵਾਸਤੇ ਜਾਂਦਾ ਨਾ ਤੇ ਅਸੀਸ ਦਿੰਦਾ ਹੈ ਕਿ ਬੱਚੇ ਦੀ ਲੰਮੀ ਉਮਰ ਹੋਵੇ, ਇਹ ਲੰਮੀ ਉਮਰਾਂ ਵਾਲਾ ਹੋਵੇ, ਹਜ਼ਾਰਾਂ ਸਾਲ ਜੀਵੇ। ਅਸੀਸ ਦੇਣੇ ਕਿਉਂਕਿ ਭੈ ਬਣਿਆ ਹੈ ਨਾ ਕਿ ਜੋ ਆਇਆ ਇਸ ਸੰਸਾਰ ਦੇ ਵਿੱਚ ਉਹਨੇ ਚਲੇ ਜਾਣਾ। ਕਿਤੇ ਇਹ ਨਾ ਹੋਵੇ ਕਿ ਥੋੜੀ ਉਮਰ ਭੋਗ ਕੇ ਚਲੇ ਜਾਵੇ। ਸਤਿਗੁਰੂ ਮਹਾਰਾਜ ਕਹਿੰਦੇ ਬੰਦਾ ਉਮਰਾਂ ਬਹੁਤ ਜਿਉਂਦਾ ਹੈ ਪਰ ਮੌਤ ਦਾ ਡਰ ਜਿਹੜਾ ਹੈ ਉਹ ਸਿਰ ਦੇ ਉੱਤੇ ਹਮੇਸ਼ਾ ਕਾਇਮ ਰਹਿੰਦਾ ਹੈ। ਲੋਕ ਸੰਸਾਰ ਦੇ ਵਿੱਚ ਦੇਵ ਲੋਕ ਵੀ ਆਏ ਪਰ ਮਹਾਰਾਜ ਪਾਤਸ਼ਾਹ ਕਹਿੰਦੇ ਵਾਰੀ ਜਿਹੜੀ ਸੀ ਉਹ ਆਪੋ ਆਪਣੀ ਭੋਗ ਕਰਕੇ ਸੰਸਾਰ ਤੋਂ ਚਲੇ ਗਏ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਖਦੇ ਨੇ ਕਿ ਏਕ ਸ਼ਿਵ ਭਏ, ਏਕ ਗਏ, ਏਕ ਫਿਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਪੀ ਅਨੇਕ ਹੈ। ਤੇ ਮਹਾਰਾਜ ਅੱਗੇ ਕਹਿੰਦੇ, ਪੀਰੋ ਪੈਗੰਬਰ ਕੇ ਤੇ ਗਨੇ ਨਾ ਪਰਤ ਇਤੇ, ਭੂਮ ਹੀ ਕੇ ਹੋਏ ਫਿਰ ਭੂਮ में ਮਿਲੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੋ ਜਨਮੇ ਤਿਸ ਸਰ ਪਰ ਮਰਨਾ। ਮਹਾਰਾਜ ਕਹਿੰਦੇ ਨੇ ਉਮਰਾਂ ਬਹੁਤੀ ਮੰਗੀ ਪਰ ਉਹ ਜੇਕਰ ਸਫਲ ਨਹੀਂ ਕੀਤੀ, ਕਿਸੇ ਚੰਗੇ ਪਾਸੇ ਨਹੀਂ ਲਾਈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਕਿਸੇ ਕੰਮ ਦੀ ਨਹੀਂ। ਜੇਕਰ ਥੋੜੀ ਉਮਰ ਲੈ ਕਰਕੇ ਵੀ ਚੰਗੇ ਕਰਮ ਕਰ ਦਿੱਤੇ। ਹੁਣ ਲੋਕ ਛੋਟੀ ਉਮਰ ਦੇ ਵਿੱਚ ਕਈ ਜਾਂਦੇ ਆ। ਸਾਹਿਬਜ਼ਾਦਿਆਂ ਦਾ ਚਲੋ ਜੀਵਨ ਪੜ੍ਹ ਕੇ ਦੇਖੋ, ਛੋਟੀਆਂ ਜੀ ਉਮਰਾਂ ਹੈ ਨਾ। ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ, ਉਹ ਛੋਟੀ ਉਮਰ ਦੇ ਵਿੱਚ ਵੀ ਇੰਨਾ ਜੀਗੇ ਕਿ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਉਨੀ ਦੇਰ ਤੱਕ ਉਹਨਾਂ ਦਾ ਨਾਮ ਰਹਿਣਾ, ਉਹਨਾਂ ਜਿਉਂਦੇ ਰਹਿਣਾ ਹੈ। ਸਰੀਰ ਖਤਮ ਹੋਇਆ ਪਰ ਜਿਉਂਦੇ ਉਹ ਹਮੇਸ਼ਾ ਰਹਿਣਗੇ। ਪਰ ਜੇਕਰ ਲੱਖਾਂ ਸਾਲ ਵੀ ਕੋਈ ਜਿਉ ਕੇ ਚਲੇ ਗਿਆ, ਚੰਗੇ ਕਰਮ ਨਹੀਂ ਕੀਤੇ, ਸ਼ੁਭ ਕਰਮ ਇਕੱਠੇ ਨਹੀਂ ਕੀਤੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਉਹ ਆਰਬਲਾ ਕਿਸੇ ਕੰਮ ਦੀ ਨਹੀਂ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਹੁਣ ਇਹ ਨਵਾਂ ਖੰਡਾਂ ਤੋਂ ਭਾਵ ਸੀ ਕਿ ਧਰਤੀ ਜਿਹੜੀ ਆ ਨਾ, ਇਹਨੂੰ 9 ਖੰਡਾਂ ਦੇ ਵਿੱਚ ਵਰਤਿਆ ਗਿਆ, ਵੰਡਿਆ ਗਿਆ ਕਿ 9 ਖੰਡ ਧਰਤੀ ਹੈ। ਨਵਾਂ ਖੰਡਾਂ ਵਿੱਚ ਜਾਣੀਏ। ਹੁਣ ਇੱਕ ਇਨਸਾਨ ਕੋਈ ਐਸਾ ਹੁੰਦਾ ਹੈ ਕਿ ਉਹਨੂੰ ਕੇਵਲ ਮਹੱਲੇ ਦੇ ਵਿੱਚ, ਗਲੀ ਦੇ ਵਿੱਚ ਹੀ ਲੋਕ ਜਾਣਦੇ ਹੁੰਦੇ ਆ। ਕੁਝ ਐਸੇ ਇਨਸਾਨ ਹੁੰਦੇ ਨੇ ਉਹਨੂੰ ਕਿ ਪੂਰਾ ਪਿੰਡ ਜਾਂ ਪੂਰਾ ਸ਼ਹਿਰ ਜਾਣਦਾ ਹੋਵੇ। ਕਈ ਲੋਕ ਇੰਨੀ ਕੁ ਤਰੱਕੀ ਕਰਦੇ ਆ ਕਿ ਸ਼ਹਿਰ ਤੋਂ ਬਾਅਦ ਡਿਸਟ੍ਰਿਕਟ ਤੱਕ ਜਾਂ ਸਟੇਟ ਤੱਕ ਉਹਨਾਂ ਦੀ ਪਹੁੰਚ ਹੁੰਦੀ। ਸਟੇਟ ਦੇ ਵਿੱਚ ਸਾਰੇ ਜਾਣਦੇ ਹੋਣਗੇ ਪਰ ਜਦੋਂ ਦੂਸਰੀ ਸਟੇਟ ਦੇ ਵਿੱਚ ਜਾਓ ਕੋਈ ਨਹੀਂ ਜਾਣਦਾ। ਕੁਝ ਐਸੇ ਲੋਕ ਨੇ ਜਿਹੜਾ ਨਾਮਨਾ ਇੰਨਾ ਖੱਟਦੇ ਆ ਕਿ ਪੂਰਾ ਦੇਸ਼ ਉਹਨਾਂ ਨੂੰ ਜਾਣਦਾ ਹੈ। ਕੁਝ ਐਸੇ ਲੋਕ ਨੇ ਕਿ ਉਹਨਾਂ ਨੂੰ ਦੁਨੀਆ ਸਾਰੀ ਜਾਣਦੀ ਹੁੰਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ, ਨਵਾਂ ਖੰਡਾਂ ਵਿੱਚ ਜਾਣੀਏ। 9 ਖੰਡ ਧਰਤੀ ਹੋਵੇ ਤੇ ਹਰ ਪਾਸੇ ਜਿੱਥੇ ਤੂੰ ਜਾਵੇਂ ਉੱਥੇ ਤੈਨੂੰ ਕੋਈ ਜਾਣਦਾ ਮਿਲੇ, ਉੱਥੇ ਤੈਨੂੰ ਲੋਕ ਪਹਿਚਾਨ ਲੈਣ ਇਹ ਤਾਂ ਫਲਾਨਾ ਹੈ। ਮਹਾਰਾਜ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਤੇ ਜਦੋਂ ਤੂੰ ਤੁਰਦਾ ਹੋਵੇਂ ਤੇਰੇ ਪਿੱਛੇ ਪਿੱਛੇ ਲੋਕ ਤੁਰਦੇ ਹੋਵਨ। ਬੜੇ ਲੋਕ ਐਸੇ ਮਿਲਦੇ ਨੇ, ਫਿਲਮ ਸਟਾਰ ਦੇਖ ਲੋ, ਪੌਪ ਸਿੰਗਰ ਦੇਖ ਲੋ, ਰਾਜਨੀਤਿਕ ਲੋਕ ਦੇਖ ਲੋ, ਜਦੋਂ ਉਹ ਜਾਣਗੇ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਹੋਣਗੇ ਉਹ ਪਿੱਛੇ ਪਿੱਛੇ ਦੌੜਦੇ ਆ। ਇੱਕ ਗੱਲ ਨੂੰ ਹੋਰ ਧਿਆਨ ਦੇ ਵਿੱਚ ਰੱਖਿਓ,
ਕਿ ਜਿੰਨੀ ਦੇਰ ਤੱਕ ਸਰੀਰ ਦੇ ਉੱਪਰ ਸੁਹੱਪਨ ਮੌਜੂਦ ਹੈ, ਜਿੰਨੀ ਦੇਰ ਤੱਕ ਸਰੀਰ ਦੇ ਉੱਪਰ ਜਵਾਨੀ ਹੈ, ਰੂਪ ਹੈ, ਸੁਹੱਪਨ ਹੈ, ਰੰਗਤ ਹੈ, ਲੋਕ ਉਨੀ ਦੇਰ ਤੱਕ ਜਿਉਣਾ ਚਾਹੁੰਦੇ ਆ। ਤੇ ਸੁਹੱਪਨ ਨੂੰ ਕਾਇਮ ਰੱਖਣ ਵਾਸਤੇ ਕਈ ਸਰਜਰੀਆਂ ਕਰਾਉਂਦੇ ਪਏ ਨੇ। ਆ ਫਿਲਮ ਸਟਾਰ ਦੇਖੋ, ਜਿੰਨੀ ਦੇਰ ਤੱਕ ਤਾਂ ਉਹਨਾਂ ਦੇ ਉੱਪਰ ਰੰਗ ਰੂਪ ਸੋਹਣਾ ਰਵੇ, ਉਹ ਲੋਕ ਜਿਹੜੇ ਨੇ ਪਿੱਛੇ ਦੌੜਦੇ ਆ। ਪਰ ਜਦੋਂ ਉਮਰ ਢਲ ਜਾਂਦੀ ਹੈ ਤੇ ਲੋਕ ਪੁੱਛਦੇ ਨਹੀਂ। ਜਿਹੜੇ ਇਹ ਚਾਹੁੰਦੇ ਸੀ ਕਿ ਮੈਂ ਸਾਰੀ ਜ਼ਿੰਦਗੀ ਐਦਾਂ ਦਾ ਰਵਾਂ, ਜੀਵਨ ਉਵੇਂ ਦਾ ਬਣ ਗਿਆ, ਜਵਾਨੀ ਚਲੀ ਗਈ, ਬੁਢਾਪਾ ਆ ਗਿਆ, ਫਿਰ ਉਹ ਖੁਦ ਖੁਸ਼ੀਆਂ ਤੱਕ ਪਹੁੰਚ ਜਾਂਦੇ ਨੇ, ਆਪਣੇ ਆਪ ਨੂੰ ਖਤਮ ਕਰ ਲੈਂਦੇ ਆ। ਵੈਸੇ ਮੌਤ ਜਿਹੜੀ ਆ ਨਾ, ਵਿਦਵਾਨ ਕਹਿੰਦੇ ਨੇ ਕਈ ਪ੍ਰਕਾਰ ਦੀ ਹੁੰਦੀ ਹੈ। ਇੱਕ ਸਰੀਰਕ ਮੌਤ ਹੁੰਦੀ ਹੈ, ਇੱਕ ਆਤਮਿਕ ਮੌਤ ਹੁੰਦੀ ਹੈ, ਇੱਕ ਸਮਾਨ ਨੂੰ ਠੇਸ ਪਹੁੰਚਾਣੀ, ਉਹ ਸਮਾਜਿਕ ਮੌਤ ਹੈ, ਰਾਜਨੀਤਿਕ ਮੌਤ ਹੈ, ਫਾਈਨੈਂਸ਼ੀਅਲ ਮੌਤ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜੇਕਰ ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਜਦੋਂ ਤੂੰ ਤੁਰੇ ਤੇਰੇ ਨਾਲ ਬਹੁਤ ਲੋਕ ਤੁਰਦੇ ਹੋਵਨ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ। ਮਹਾਰਾਜ ਕਹਿੰਦੇ ਨਾਮ ਬੜਾ ਚੰਗਾ ਬਣ ਗਿਆ, ਲੋਕ ਬਹੁਤ ਜਾਣਨ ਲੱਪੇ, ਬਹੁਤ ਲੋਕ ਉਸਤਤ ਵਡਿਆਈ ਕਰਨ ਲੱਪੇ। ਚੰਗਾ ਨਾਉ ਰਖਾਇ ਕੇ ਜਸ ਕੀਰਤ ਜਗ ਲੇ। ਹਰ ਇਨਸਾਨ ਚਾਹੁੰਦਾ ਹੈ ਕਿ ਮੇਰੀ ਵਡਿਆਈ ਹੋਵੇ। ਕੋਈ ਚੰਗਾ ਕੰਮ ਕਰੇਗਾ ਨਾ, ਉਹ ਇਹ ਸੋਚਦਾ ਹੈ ਕਿ ਮੈਂ ਕਰਕੇ ਪਛਾਣ ਨੂੰ ਦੇਖੇਗਾ ਕੰਨ ਲਾ ਕੇ ਕਿ ਲੋਕ ਕੀ ਆਖਦੇ ਮੇਰੇ ਬਾਰੇ। ਕੋਈ ਵੀ ਕੰਮ ਕੋਈ ਕਰ ਲਵੇ ਨਾ, ਉਹ ਇਸੇ ਕਰਕੇ ਕਰਦਾ ਹੈ ਕਿ ਮੇਰੀ ਉਸਤਤ ਹੋਵੇ। ਹਰ ਇਨਸਾਨ ਜਿਹੜਾ ਦੁਨਿਆਵੀ ਲੈਵਲ ਤੇ ਉੱਤੇ ਜਿਉਂਦਾ ਪਿਆ ਏ, ਉਹਦੇ ਮਨ ਦੇ ਵਿੱਚ ਹਮੇਸ਼ਾ ਇਹ ਗੱਲ ਹੁੰਦੀ ਏ ਕਿ ਜੇਕਰ ਨਿੰਦਿਆ ਹੋਵੇ ਤਾਂ ਦੂਸਰੇ ਦੀ ਹੋਵੇ, ਜੇਕਰ ਵਡਿਆਈ ਹੋਣੀ ਹੈ ਤੇ ਉਹ ਮੇਰੀ ਹੋਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਚੰਗਾ ਨਾਉ ਰਖਾਏ ਕੈ। ਬਹੁਤ ਚੰਗਾ ਨਾਮ ਰੱਖ ਲਿਆ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੇ, ਤੇ ਸਾਰੇ ਜਗਤ ਦੀ ਵਡਿਆਈ ਵੀ ਮਿਲ ਗਈ। ਹੁਣ ਇਸ ਤੋਂ ਅੱਗੇ ਮਹਾਰਾਜ ਪਾਤਸ਼ਾਹ ਜੀ ਜਿਹੜਾ ਗੁਰਮਤਿ ਸਿਧਾਂਤ ਦ੍ਰਿਸ਼ਟੀਕੋਣ ਮਹਾਰਾਜ ਅੱਗੇ ਆਖਦੇ ਆ, ਕਹਿੰਦੇ ਨੇ ਜੇ ਤਿਸ ਨਦਰ ਨਾ ਆਵਈ। ਹੁਣ ਦੇਖੋ, ਇੱਕ ਪਾਸੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੰਨੇ ਜੀਵ ਨੇ, ਜਿੰਨੇ ਜੰਤ ਨੇ, ਜਿੰਨੇ ਪਸ਼ੂ ਨੇ, ਪੰਛੀ ਨੇ, ਹੇ ਅਕਾਲ ਪੁਰਖ ਤੇਰੀ ਨਿਗਾਹ ਤੋਂ ਪਰੇ ਕੋਈ ਨਹੀਂ। ਤੂੰ ਹਰ ਥਾਂ ਤੇ ਮੌਜੂਦ ਹੈ ਤੇ ਹਰ ਇੱਕ ਨੂੰ ਦੇਖਦਾ ਹੈ, ਸਦ ਸੁਣਦਾ, ਸਦ ਵੇਖਦਾ। ਕਿ ਸੱਚੇ ਪਾਤਸ਼ਾਹ ਮਹਾਰਾਜ ਤੇਰੀ ਦ੍ਰਿਸ਼ਟੀ ਹੈ ਸਾਰਿਆਂ ਦੇ ਉੱਤੇ। ਦੂਸਰਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇ ਤਿਸ ਨਦਰ ਨਾ ਆਵੇ। ਹੁਣ ਦ੍ਰਿਸ਼ਟੀ ਜਿਹੜੀ ਆ ਨਾ, ਉਹ ਦੋ ਪ੍ਰਕਾਰ ਦੀ ਆ। ਇੱਕ ਦ੍ਰਿਸ਼ਟੀ ਹੈ ਜਿਹਨੂੰ ਸ਼ੁਭ ਦ੍ਰਿਸ਼ਟ ਆਖਦੇ ਆ, ਜਿਹਨੂੰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ। ਕਿ ਜਦੋਂ ਸ਼ੁਭ ਦ੍ਰਿਸ਼ਟ ਮਿਲਦੀ, ਅਮੇ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ। ਕਿ ਜਦੋਂ ਤੇਰੀ ਮੇਰ ਦੀ ਦ੍ਰਿਸ਼ਟੀ ਮਿਲਦੀ ਆ, ਹੈ ਅਕਾਲ ਪੁਰਖ, ਤੂੰ ਉਦੋਂ ਜਨਮਾਂ ਦੇ ਪਾਪ ਕੱਟ ਕੇ ਰੱਖ ਦੇਣਾ ਹੈ। ਜਦੋਂ ਸੱਚੇ ਪਾਤਸ਼ਾਹ ਤੂੰ ਕਿਰਪਾ ਕਰਨਾ ਨਾ, ਨਦਰੀ ਨਦਰ ਨਿਹਾਲ, ਤੇ ਤੇਰੀ ਮਿਹਰ ਦੀ ਦ੍ਰਿਸ਼ਟੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬੈਠਦੇ ਆ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਦੀ ਧਰਤੀ ਤੋਂ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਆਏ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਐਸਾ ਉਹਨਾਂ ਦੇ ਅੰਦਰ ਵਿਰਾਗ ਤੇ ਪ੍ਰੇਮ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਉਹ 7 ਸਾਲ ਰਹੇ। 1532 ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਤੇ 1539 ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਆ। 7 ਸਾਲ ਉਹ ਹੁਕਮ ਦੇ ਵਿੱਚ ਰਹੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਅੰਗਦ ਦੇਵ ਮਹਾਰਾਜ ਹਰ ਹੁਕਮ ਨੂੰ ਮੰਨਿਆ। ਜੇਕਰ ਮਹਾਰਾਜ ਨੇ ਕਿਹਾ ਕਿ ਆ ਚੂਹੀ ਧਰਮਸ਼ਾਲਾ ਦੇ ਵਿੱਚ ਮਰੀ ਏ, ਇਹਨੂੰ ਬਾਹਰ ਕੱਢ ਕੇ ਸੁੱਟੋ, ਹੁਣ ਗੱਲ ਉਹ ਚੂਹਾ ਮਰਿਆ ਸੁੱਟਣ ਦੀ ਨਹੀਂ ਸੀ। ਇਹ ਜਿੰਨੇ ਕੰਮ ਸੀ ਨਾ, ਨੀਚ ਕਰਮ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਉਸ ਵੇਲੇ ਉੱਚੀ ਜਾਤ ਵਾਲੇ ਨਹੀਂ ਸੀ ਕਰਦੇ, ਉਹ ਨੀਵੀਆਂ ਜਾਤਾਂ ਵਾਲਿਆਂ ਤੋਂ ਕਰਾਉਂਦੇ ਸੀ। ਉਹ ਕੌਲਾ ਚਿੱਕੜ ਦੇ ਵਿੱਚ ਸੁੱਟ ਦੇਣਾ, ਮਹਾਰਾਜ ਨੇ ਕਹਿਣਾ ਕਿ ਕੱਢੇਗਾ, ਭਾਈ ਲਹਿਣੇ ਨੇ ਕਹਿਣਾ ਕਿ ਹਾਂ ਸੱਚੇ ਪਾਤਸ਼ਾਹ ਜ਼ਰੂਰ ਕੱਢਾਂਗਾ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਚਿੱਕੜ ਦੀ ਭਰੀ ਹੋਈ ਪੰਡ ਜਿਹੜੀ ਸੀ ਉਹ ਸਿਰ ਤੇ ਚੁਕਾ ਦਿੱਤੀ। ਨਵਾਂ ਚੋਲਾ ਰੇਸ਼ਮ ਦਾ ਪਾਇਆ ਸੀ, ਉਹ ਸਾਰਾ ਚਿੱਕੜ ਨਾਲ ਭਿੱਜ ਗਿਆ। ਮਾਤਾ ਜੀ ਸੁਲੱਖਣੀ ਜੀ ਉਹ ਵੀ ਆਖਦੀ, ਕਹਿਣ ਲੱਗੀ ਸੱਚੇ ਪਾਤਸ਼ਾਹ ਆ ਲਹਿਣੇ ਨੇ ਕਿੰਨਾ ਸੋਹਣਾ ਜੇ ਚੋਲਾ ਪਾਇਆ ਸੀ, ਉਹ ਸਾਰਾ ਹੀ ਲਿਬੜ ਗਿਆ ਚਿੱਕੜ ਦੇ ਨਾਲ।
ਪੰਡ ਕਿਸੇ ਹੋਰ ਨੂੰ ਚੁਕਾ ਦਿੰਦੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਨਾਨਕ ਦੀ ਪੰਡ ਚੁੱਕਣ ਵਾਲਾ ਹੋਰ ਕੋਈ ਮਿਲਿਆ ਹੀ ਨਹੀਂ ਜਿਹੜਾ ਨਾਨਕ ਦੀ ਪੰਡ ਚੁੱਕ ਸਕੇ। ਔਰ ਇਹ ਚਿੱਕੜ ਦੀ ਭਰੀ ਹੋਈ ਪੰਡ ਨਹੀਂ, ਇਹ ਤੇ ਗੁਰੂ ਨਾਨਕ ਦੇ ਤਖਤੋ ਤਾਜ ਦਾ ਰਾਜ ਹੈ। ਸੱਚੇ ਪਾਤਸ਼ਾਹ ਮਹਾਰਾਜ ਉਹ ਦੇਖਿਆ ਮਹਾਰਾਜ ਨੇ ਕਿ ਹਰ ਹੁਕਮ ਉਹਨਾਂ ਨੇ ਮੰਨਿਆ। ਤੇ ਜਦੋਂ ਗੁਰਤਾ ਗੱਦੀ ਮਿਲਦੀ ਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੋਤੀ ਜੋਤ ਸਮਾਉਂਦੇ ਆ, ਤੇ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਜਦੋਂ ਉਹਨਾਂ ਨੇ ਬੈਠਣਾ ਨਾ, ਚੌਂਕੜਾ ਮਾਰਨਾ, ਚੌਂਕੜਾ ਮਾਰ ਕੇ ਬੈਠ ਜਾਣਾ ਤੇ ਅੱਖਾਂ ਨੇਤਰ ਬੰਦ ਕਰ ਲੈਣੇ। ਸੰਗਤ ਸਿੱਖਾਂ ਨੇ ਆਉਣਾ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਤੇ ਬਿਲਕੁਲ ਚੁੱਪ ਕਰਕੇ, ਕਿਸੇ ਨੇ ਕੋਈ ਆਵਾਜ਼ ਨਹੀਂ ਕਰਨੀ, ਮਹਾਰਾਜ ਜੀ ਦੇ ਨੇਤਰ ਬੰਦ ਹੋਣੇ ਤੇ ਸੰਗਤ ਨੇ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਬੈਠ ਜਾਣਾ। ਬਹੁਤ ਸਾਰੀ ਸੰਗਤ ਬੈਠਣੀ ਸ਼ੁਰੂ ਹੋਣੀ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਬਹੁਤ ਲੰਮਾ ਸਮਾਂ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਹੀ ਨੇਤਰ ਮੂੰਦ ਕੇ ਬੈਠੇ ਰਹਿਣਾ। ਤੇ ਜਦੋਂ ਨੇਤਰ ਖੁੱਲਨੇ ਤੇ ਮਹਾਰਾਜ ਜੀ ਦੇ ਨੇਤਰ ਸੇਜਲ ਹੋਣੇ, ਨੇਤਰਾਂ ਵਿੱਚ ਪ੍ਰੇਮ ਦਾ ਜਲ ਹੋਣਾ। ਔਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਸ ਪਿਆਰੇ ਸਿਓ ਨੇਵ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂਕੇ ਪਾਛੇ ਜੀਵਨਾ। ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜਦੋਂ ਬੈਠਣਾ ਤੇ ਸੰਗਤ ਨੇ ਸਾਹਮਣੇ ਬੈਠਣਾ। ਔਰ ਹਰ ਸਿੱਖ ਦੇ ਮਨ ਦੇ ਵਿੱਚ ਇਹ ਹੁੰਦੀ ਸੀ ਕਿ ਮਹਾਰਾਜ ਜਦੋਂ ਨੇਤਰ ਖੋਲਣਗੇ ਨਾ ਤੇ ਜਿੰਦੇ ਤੇ ਸਭ ਤੋਂ ਪਹਿਲਾਂ ਗੁਰੂ ਕੀ ਦ੍ਰਿਸ਼ਟੀ ਪਈ, ਉਹਦਾ ਜੀਵਨ ਬਦਲ ਜਾਏਗਾ। ਜਿਸ ਅਵਸਥਾ ਨੂੰ ਲੋਕ ਹਜ਼ਾਰਾਂ ਸਾਲ ਤਪ ਕਰਦੇ ਆ ਤੇ ਫਿਰ ਅਵਸਥਾ ਮਿਲਦੀ ਆ, ਗੁਰੂ ਅੰਗਦ ਦੇਵ ਮਹਾਰਾਜ ਤੇਰੀ ਇੱਕ ਦ੍ਰਿਸ਼ਟੀ ਦੇ ਨਾਲ ਜੀਵਨ ਬਦਲ ਜਾਂਦਾ ਹੈ। ਅਮੇ ਦ੍ਰਿਸ਼ਟ ਤੇਰੀਆਂ ਅੱਖਾਂ ਦੇ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨਾ ਰਾਮ ਰਾਜੇ। ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਤੁਹਾਡੀਆਂ ਅੱਖਾਂ ਵਿੱਚ ਅੰਮ੍ਰਿਤ, ਤੁਹਾਡੇ ਨੇਤਰਾਂ 'ਚ ਅੰਮ੍ਰਿਤ, ਤੁਹਾਡੀ ਦ੍ਰਿਸ਼ਟੀ ਅੰਮ੍ਰਿਤਮਈ, ਜਿਹਨੂੰ ਤੁਸੀਂ ਅੱਖਾਂ ਨੇਤਰ ਭਰ ਕੇ ਤੱਕ ਲੈਂਦੇ ਹੋ, ਉਹਦਾ ਜੀਵਨ ਬਦਲ ਜਾਂਦਾ ਹੈ। ਅਮੇ ਦ੍ਰਿਸ਼ਟ ਸ਼ੁਭ ਕਰੇ ਹਰੇ ਅਕ ਪਾਪ ਸਕਲ ਮਲ, ਉਹਦੇ ਅੱਗ, ਉਹਦੇ ਦੁੱਖ, ਉਹਦੇ ਕੀਤੇ ਹੋਏ ਕਰਮ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਇੱਕ ਸੈਕਿੰਡ ਦੇ ਵਿੱਚ ਖਤਮ ਕਰ ਦਿੰਦੇ ਹੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦ੍ਰਿਸ਼ਟੀ ਅੰਮ੍ਰਿਤਮਈ ਵੀ ਹੈ, ਪਰ ਉਹ ਵੀ ਦ੍ਰਿਸ਼ਟੀ ਹੈ ਜਿਹਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਇਂਦਾ, ਦਰ ਮੰਗਨ ਪਿੱਖ ਨਾ ਪਾਇਂਦਾ। ਜੇਕਰ ਪਰਮਾਤਮਾ ਦੀ ਦ੍ਰਿਸ਼ਟੀ ਕਿਰਪਾ ਵਾਲੀ ਨਹੀਂ ਨਾ ਮਿਲੀ ਤੇ ਮਹਾਰਾਜ ਕਹਿੰਦੇ ਜੀਵਨ ਇਵੇਂ ਦਾ ਕਿ ਘਾਹ ਇਕੱਠਾ ਕਰਨ ਵਾਸਤੇ ਵੀ ਕੋਈ ਜਾਵੇ, ਸੁਲਤਾਨਾਂ ਨੂੰ ਘਾਹ ਚੁਗਣ ਵਾਸਤੇ ਲਾ ਦਿੰਦਾ ਏ, ਭੀਖ ਮੰਗਣ ਵਾਸਤੇ ਹੱਥ ਟੱਟਦਾ ਹੈ ਤੇ ਉਹਦੇ ਹੱਥ ਵਿੱਚ ਕੋਈ ਭੀਖ ਦੇਣ ਨੂੰ ਤਿਆਰ ਨਹੀਂ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇਂਦਾ, ਦਰ ਮੰਗਨ ਭਿੱਖ ਨਾ ਪਾਇਂਦਾ। ਉਹ ਦਰਾਂ ਦੇ ਉੱਤੇ, ਬੂਹਿਆਂ ਦੇ ਉੱਤੇ ਜਾ ਕੇ ਮੰਗਦੇ ਨੇ, ਪਰ ਉਹਨਾਂ ਦੇ ਝੋਲੀ ਦੇ ਵਿੱਚ ਖੈਰ ਕੋਈ ਨਹੀਂ ਪਾਉਂਦਾ। ਸੱਚੇ ਪਾਤਸ਼ਾਹ ਮਹਾਰਾਜ ਇੱਥੇ ਨਦਰ ਦੀ ਗੱਲ ਜਦੋਂ ਕਰਦੇ ਆ ਤੇ ਮਹਾਰਾਜ ਕਹਿੰਦੇ ਨੇ ਉਮਰ ਜਿਹੜੀ ਹੈ ਉਹ ਬਹੁਤ ਲੰਮੀ ਹੋਈ। ਲੰਮੀ ਉਮਰ ਦੇ ਨਾਲ ਧਰਤੀ ਦੇ ਉੱਤੇ ਰਾਜ ਵੀ ਭਾਵੇਂ ਕਰ ਲਿਆ, ਨਾਮ ਜਿਹੜਾ ਸੀ ਉਹ ਵੀ ਚੰਗਾ ਬਣਾ ਲਿਆ, ਲੋਕਾਂ ਨੇ ਵੀ ਬਹੁਤ ਵਡਿਆਈ ਕੀਤੀ, ਜਿੱਥੇ ਗਿਆ ਲੋਕ ਪਿੱਛੇ ਪਿੱਛੇ ਤੁਰੇ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇ ਤਿਸ ਨਦਰ ਨਾ ਆਵਈ, ਜੇ ਤੂੰ ਪਰਮਾਤਮਾ ਦੀ ਨਜ਼ਰ ਵਿੱਚ ਕਬੂਲ ਨਹੀਂ ਨਾ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਤ ਦਾ ਪੁੱਛੇ ਕੇ, ਫਿਰ ਤੇਰੀ ਬਾਤ ਜਿਹੜੀ ਹੈ ਨਾ, ਬਾਤ ਨਾ ਪੁੱਛੇ ਕੇ, ਇਹਨੂੰ ਤੇਰੀ ਗੱਲਬਾਤ ਕੋਈ ਨਹੀਂ, ਭਾਵੇਂ ਪੂਰਾ ਸੰਸਾਰ ਜਾਣਦਾ ਹੋਵੇ। ਕਈ ਵਾਰੀ ਜਦੋਂ ਕੋਈ ਚੜਾਈ ਕਰੇ ਤੇ ਉਹਦੀ ਮੌਤ ਦੇ ਉੱਪਰ ਇਕੱਠ ਬੜੇ ਵੱਡੇ ਹੋਵਨ ਤੇ ਉਹ ਇਕੱਠ ਨੂੰ ਵੇਖ ਕੇ ਜਿਹੜੇ ਕਈ ਬੁਲਾਰੇ ਹੁੰਦੇ ਨੇ ਉਹ ਕਹਿੰਦੇ ਨਹੀਂ ਦੇਖੋ ਜੀ ਇੰਨਾ ਵੱਡਾ ਇਕੱਠ, ਇੰਨੇ ਲੋਕ ਜਾਣਦੇ, ਇਹ ਰੱਬ ਦੇ ਘਰ ਦੇ ਵਿੱਚ ਜ਼ਰੂਰ ਪਹੁੰਚ ਗਿਆ ਹੋਵੇਗਾ। ਪਰ ਸੱਚ ਕਰਕੇ ਜਾਣੋ, ਰੱਬ ਦੇ ਘਰ ਦੇ ਵਿੱਚ ਇਲੈਕਸ਼ਨ ਨਹੀਂ ਹੁੰਦੀ, ਉੱਥੇ ਵੋਟਾਂ ਨਾਲ ਫੈਸਲੇ ਨਹੀਂ ਹੁੰਦੇ, ਉੱਥੇ ਤਾਂ ਸਿਲੈਕਸ਼ਨ ਹੁੰਦੀ ਹੈ ਕਿ ਕਿੰਨੇ ਕੀ ਕੀਤਾ। ਦੋ ਚੀਜ਼ਾਂ ਨਾ, ਇਲੈਕਸ਼ਨ ਤੇ ਸਿਲੈਕਸ਼ਨ। ਸੱਚੇ ਪਾਤਸ਼ਾਹ ਮਹਾਰਾਜ ਨੇ 5 ਪਿਆਰੇ ਚੁਣੇ, ਉੱਥੇ ਇਲੈਕਸ਼ਨ ਨਹੀਂ ਕਰਾਈ ਕਿ ਭਾਈ ਦਇਆ ਸਿੰਘ ਖਲੋਤਾ ਹੈ ਤੇ ਇਹਨੂੰ ਕਿੰਨੇ ਜਾਣੇ ਪਸੰਦ ਕਰਦੇ ਆ, ਭਾਈ ਧਰਮ ਸਿੰਘ ਨੂੰ ਕਿੰਨੇ ਜਾਣਦੇ ਆ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹਨਾਂ ਨੂੰ ਕਿੰਨਿਆਂ ਨੇ ਜਾਣਿਆ। ਉੱਥੇ ਸਿਲੈਕਸ਼ਨ ਕੀਤੀ ਗਈ। ਉੱਥੇ ਤਾਂ ਉਹ ਪ੍ਰਵਾਨ ਹੋਏ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉੱਥੇ ਤਾਂ ਉਹ ਸਿਰੇ ਚੜ ਗਏ ਕਿ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਨ ਨਾ ਕੀਜੇ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੇ ਤਿਸ ਨਦਰ ਨਾ ਆਵੇ, ਜੇ ਰੱਬ ਦੀ ਨਿਗਾਹ ਵਿੱਚ ਕਬੂਲ ਨਹੀਂ ਹੋਇਆ ਤਾਂ ਬਾਤ ਨਾ ਪੁੱਛੇ ਕਿ ਉੱਥੇ ਜਾ ਕੇ
ਇੱਥੇ ਹੋ ਸਕਦਾ ਹੈ ਕਿ ਲੋਕ ਕਹਿਣਗੇ ਕਿ ਬੜਾ ਚੰਗਾ, ਬੜਾ ਇਕੱਠ ਹੋਇਆ, ਸਿੱਧਾ ਰੱਬ ਦੇ ਘਰ ਦੇ ਵਿੱਚ ਚਰਨਾਂ ਵਿੱਚ ਪਹੁੰਚ ਗਿਆ। ਪਰ ਕਹਿੰਦੇ ਉੱਥੇ ਪਾਸੇ ਕਰਕੇ ਬਿਠਾ ਦੇਣਾ, ਜਿਵੇਂ ਅੱਜ ਅਸੀਂ ਕਹਿੰਦੇ ਨਾ ਕਿ ਮੈਮਰੀ ਬਣ ਜਾਂਦੀ ਹੈ। ਅਸੀਂ 4 ਫੋਟੋਆਂ ਵੀਡੀਓ ਹਰ ਥਾਂ ਤੇ ਖਿੱਚਦੇ ਆ ਕਿ ਇਹ ਸਾਡਾ ਯਾਦ ਬਣੇਗੀ ਸਾਡੇ ਜੀਵਨ ਦੀ। ਜਦੋਂ ਮਨ ਕਰੇਗਾ ਅਸੀਂ ਦੇਖ ਲਾਂਗੇ। ਕੋਈ ਖੁਸ਼ੀ ਦਾ ਕੰਮ ਹੋਇਆ, ਅਸੀਂ ਉਹਦੀ ਫਿਲਮ ਬਣਾ ਕੇ ਰੱਖੀ, ਉਹਦੀ ਐਲਬਮ ਬਣਾ ਕੇ ਰੱਖ ਲਈ। ਰੱਬ ਨੇ ਵੀ ਬਿਲਕੁਲ ਇਸੇ ਤਰ੍ਹਾਂ ਸਾਡੀ ਫਿਲਮ ਬਣਾ ਕੇ ਰੱਖੀ ਹੋਣੀ ਹੈ ਕਿ ਜਦੋਂ ਉਹਦੇ ਘਰ ਦੇ ਵਿੱਚ ਗਏ, ਉਹਨੇ ਪੁੱਛਣਾ ਹੈ ਕਿ ਕਿਆ ਤੇ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਉੱਥੇ ਪੁੱਛਿਆ ਜਾਣਾ ਕਿ ਲੈ ਕੇ ਤੇ ਸਵਾਸਾਂ ਦੀ ਬੇਸ਼ਕੀਮਤੀ ਪੂੰਜੀ ਲੈ ਕੇ ਗਿਆ ਸੀ ਤੇ ਖੱਟ ਕੇ ਕੀ ਵਾਪਸ ਲੈ ਕੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ। ਕਿ ਜੇ ਰੱਬ ਦੀ ਨਿਗਾਹ ਵਿੱਚ ਪ੍ਰਵਾਨ ਨਹੀਂ ਹੋਇਆ, ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਤੇਰੀ ਕੋਈ ਕਦਰ ਨਹੀਂ। ਅੱਗੇ ਸਤਿਗੁਰ ਮਹਾਰਾਜ ਆਖਦੇ ਆ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ। ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਨਾ ਦੇਲੀ ਦੀਪਕ ਸ਼ਬਦ, ਦੇਲੀ ਦੀਪਕ ਤੋਂ ਭਾਵ ਹੁੰਦਾ ਹੈ ਕਿ ਜੋ ਅਸੀਂ ਦਰਵਾਜ਼ੇ ਦੇ ਵਿੱਚ ਜਿਵੇਂ ਕੋਈ ਲਾਈਟ ਰੱਖ ਦੋ, ਉਹ ਲਾਈਟ ਜਿਹੜੀ ਉਹ ਕੈਂਡਲ ਰੱਖੋਗੇ ਨਾ, ਮੋਮਬੱਤੀ ਰੱਖੋਗੇ, ਤੇ ਉਹ ਲਾਈਟ ਜਿਹੜੀ ਉਹ ਦੋਨਾਂ ਪਾਸੇ ਹੋਏਗੀ। ਕਮਰੇ ਦੇ ਅੰਦਰ ਵੀ ਲਾਈਟ ਦਵੇਗੀ ਤੇ ਬਾਹਰ ਵੀ ਦਵੇਗੀ। ਜਿਹੜੀ ਦਹਲੀਜ਼ ਦੇ ਵਿੱਚ ਰੱਖੀ ਹੋਏਗੀ, ਬਿਲਕੁਲ ਦਰਵਾਜ਼ੇ ਵਿੱਚ ਰੱਖੋਗੇ, ਉਹਨੂੰ ਕਹਿੰਦੇ ਨੇ ਦੇਹਲੀ ਦੀਪਕ। ਦੀਪਕ ਤੋਂ ਭਾਵ ਲਾਈਟ, ਤੇ ਦੇਹਲੀ ਤੋਂ ਭਾਵ ਕਿ ਬਿਲਕੁਲ ਸੈਂਟਰ ਦੇ ਵਿੱਚ ਰੱਖ ਦੇਣਾ। ਬਹੁਤ ਸਾਰੇ ਸ਼ਬਦ ਨੇ, ਜਿਵੇਂ ਸਤਿਗੁਰ ਮਹਾਰਾਜ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਹੀ ਵਰਤਦੇ ਨੇ, ਪਾਤਾਲਾਂ ਪਤਾਲ, ਲੱਖ ਆਗਾਸਾਂ ਆਗਾਸ। ਹੁਣ ਲੱਖ ਸ਼ਬਦ ਜਿਹੜਾ ਉਹ ਦੋਨਾਂ ਪਾਸੇ ਲੱਗਦਾ ਹੈ, ਪਾਤਾਲਾਂ ਪਤਾਲ, ਲੱਖ ਆਗਾਸਾਂ ਆਗਾਸ। ਹੁਣ ਇੱਥੇ ਵੀ ਸ਼ਬਦ ਜਿਹੜਾ ਹੈ ਨਾ, ਕਰ ਸ਼ਬਦ ਜਿਹੜਾ ਹੈ ਉਹ ਦੋਨੋਂ ਪਾਸੇ ਲੱਗਦਾ ਹੈ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਦੂਸਰਾ ਇਹਦਾ ਉਚਾਰਨ ਹੈ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਅਰਥ ਬਿਲਕੁਲ ਇੱਕੋ ਹੀ ਰਹਿਣੇ ਨੇ। ਉਚਾਰਨ ਜਿਹੜੇ ਨੇ ਉਹ ਵੱਖ-ਵੱਖ, ਕਈ ਵਾਰੀ ਸੰਪਰਦਾਇ ਤਰੀਕੇ ਦੇ ਨਾਲ, ਜਿਵੇਂ ਜਿਵੇਂ ਜਿਸ ਤਰੀਕੇ ਨਾਲ ਕਿਸੇ ਨੇ ਪੜ੍ਹਿਆ ਉਵੇਂ ਉਵੇਂ ਉਹ ਸੁਣਾਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਫਿਰ ਜਦੋਂ ਰੱਬ ਨੂੰ ਭੁੱਲਿਆ, ਕੇਵਲ ਸੰਸਾਰ ਦੇ ਸੁੱਖਾਂ ਦੇ ਵਿੱਚ ਹੀ ਤੂੰ ਆਪਣੇ ਆਪ ਨੂੰ, ਜੀਵਨ ਨੂੰ ਤੂੰ ਵਿਅਸਤ ਕਰਕੇ ਰੱਖ ਦਿੱਤਾ, ਜੀਵਨ ਨੂੰ ਨਿਖਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਤੇਰੇ ਉੱਤੇ ਨਾ ਇਹ ਦੋਸ਼ ਲੱਗ ਜਾਣਾ ਹੈ ਕਿ ਤੂੰ ਰੱਬ ਨੂੰ ਭੁੱਲ ਗਿਆ। ਇਹ ਇਲਜ਼ਾਮ ਤੇਰੇ ਉੱਤੇ ਹੋਣਾ ਕਿ ਤੂੰ ਰੱਬ ਨੂੰ ਭੁਲਾ ਦਿੱਤਾ ਉੱਥੇ ਸੰਸਾਰ ਦੇ ਵਿੱਚ ਜਾ ਕੇ। ਇੱਕ ਵਿਦਵਾਨ ਉਹ ਆਖਦਾ ਹੈ ਕਿ ਇਕਰਾਰੇ ਬਸ਼ਰ ਸਭੀ ਭੂਲ ਗਿਆ, ਜੋ ਉਧਰ ਕਹਿ ਕੇ ਚਲਾ ਥਾ ਉਹ ਇਧਰ ਆ ਕੇ ਭੂਲ ਗਿਆ। ਉੱਥੇ ਕਿਹਾ ਸੀ ਕਿ ਮੈਂ ਜਾਵਾਂਗਾ, ਮੈਂ ਤੈਨੂੰ ਚੇਤੇ ਰੱਖਾਂਗਾ, ਮੈਂ ਤੈਨੂੰ ਕਦੀ ਭੁੱਲਾਂਗਾ ਨਹੀਂ, ਪਰ ਜਦੋਂ ਸੰਸਾਰ ਦੇ ਵਿੱਚ ਆਇਆ ਤੇ ਬਿਲਕੁਲ ਹੀ ਰੱਬ ਨੂੰ ਭੁਲਾ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਫਿਰ ਇਹ ਸਾਰਾ ਕੁਝ ਜਦੋਂ ਤੂੰ ਸੰਸਾਰ ਦੇ ਵਿੱਚੋਂ ਨਿਬੇੜਿਆ, ਜੀਵਨ ਖਤਮ ਹੋਇਆ, ਪਰਮਾਤਮਾ ਦੇ ਦਰ ਦੇ ਉੱਤੇ ਫਿਰ ਤੇਰੇ ਉੱਤੇ ਦੋਸ਼ ਲੱਗਣਾ ਹੈ। ਤੇ ਦੋਸ਼ ਕੀ ਲੱਗਣਾ ਕਿ ਤੂੰ ਰੱਬ ਨੂੰ ਭੁੱਲਿਆ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਦੋਸ਼ ਲਾ ਕੇ ਸਜ਼ਾ ਕੀ ਮਿਲੇਗੀ? ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਕੀਟ ਦੀ ਸਜ਼ਾ ਮਿਲੇਗੀ। ਕੀਟਾਂ ਅੰਦਰ ਕੀਟ, ਕੀੜਿਆਂ ਤੋਂ ਨੀਵਾਂ ਕੀੜਾ ਬਣਾਇਆ ਜਾਏਗਾ। ਉਹ ਕੀੜਾ ਜਿਹਨੂੰ ਵਿਸ਼ਟਾ ਦਾ ਕੀੜਾ ਆਖਿਆ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਦੋਸ਼ ਲਾ ਕੇ ਤੈਨੂੰ ਕੀਟ ਜਾਣਿਆ ਜਾਏਗਾ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਆਖਦੇ ਨੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਕਿ ਹੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਦੇ ਨੇ ਕਿ ਜੇਕਰ ਬੰਦਾ ਸਰੈਂਡਰ ਕਰਦਾ, ਸਮਰਪਣ ਕਰਦੇ। ਅੱਜ ਅਸੀਂ ਗੁਰੂ ਦੇ ਚਰਨਾਂ ਵਿੱਚ ਆਏ ਆ ਨਾ, ਤੇ ਅੱਜ ਆ ਕੇ ਕਹੀਏ ਕਿ ਸੱਚੇ ਪਾਤਸ਼ਾਹ ਮਹਾਰਾਜ ਪਿਛਲੇ ਔਗਣ ਬਖਸ਼ ਦੇ, ਪ੍ਰਭ ਆਗੇ ਮਾਰਗ ਪਾਵੇ। ਕਿ ਮਹਾਰਾਜ ਬੜਾ ਕੁਝ ਕੀਤਾ ਪਿਛੇ, ਬਹੁਤ ਕੁਝ ਅਸੀਂ ਕਈਆਂ ਦੇ ਦਿਲ ਦੁਖਾ ਲਏ। ਕਈ ਵਾਰੀ ਇਨਸਾਨ ਜਿਹੜਾ ਹੈ ਨਾ, ਉਹ ਦੁੱਖ ਜੀਵਨ ਦੇ ਵਿੱਚ ਤਾਂ ਪਾਉਂਦਾ ਹੈ ਕਿਉਂਕਿ ਮਨ ਦੇ ਵਿੱਚ ਬੁਰੇ ਫੁਰਨੇ ਬਣਦੇ ਆ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਮਹਾਰਾਜ ਕਹਿੰਦੇ ਦੇ ਸੁਖੀ ਹੋਣਾ ਹੈ, ਤੇ ਸੁਖੀ ਹੋਣ ਵਾਸਤੇ ਪਰਾਇਆ ਬੁਰਾ ਸੋਚਣਾ ਛੱਡ ਦੇ, ਕਰਨਾ ਨਹੀਂ, ਸੋਚਣਾ ਹੀ ਛੱਡ ਦੇ। ਕਿਉਂਕਿ ਪਹਿਲਾਂ ਸੋਚਿਆ ਜਾਂਦਾ ਹੈ, ਫਿਰ ਕੀਤਾ ਜਾਂਦਾ ਹੈ। ਤੇ ਅੱਜ ਸਤਿਗੁਰ ਮਹਾਰਾਜ ਅੱਗੇ ਸਰੈਂਡਰ ਕਰਕੇ ਆਖੀ, ਮਹਾਰਾਜ ਪਿਛਲੇ ਜਿਹੜੇ ਔਗਣ ਸੀ ਕੀਤੇ ਹੋਏ ਉਹ ਤੁਸੀਂ ਬਖਸ਼ ਦਿਓ, ਤੇ ਅੱਗੇ ਤੋਂ ਮਹਾਰਾਜ ਮੈਂ ਕਰਦਾ ਨਹੀਂ। ਪਰ ਬੰਦਾ ਇੱਕ ਵਾਰੀ ਅਰਦਾਸ ਕਰੇ, ਬਖਸ਼ਾ ਕੇ ਲੈ ਜਾਏ, ਤੇ ਫਿਰ ਜਾ ਕੇ ਬਾਹਰ ਉਹੀ ਕੁਛ ਕਰ ਲੱਪੇ। ਸਤਿਗੁਰ ਮਹਾਰਾਜ ਕਹਿੰਦੇ ਐਵੇਂ ਮਾਫੀਆਂ ਥੋੜੀ ਮਿਲਦੀਆਂ ਨੇ। ਜਿਵੇਂ ਭਗਤ ਜੀ ਆਖਦੇ ਆ ਨਾ ਕਿ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਬਣਿਆ ਸੀ ਕਿ ਤੀਰਥਾਂ ਤੇ ਜਾਓ
ਤੇ ਤੀਰਥਾਂ ਤੇ ਜਾ ਕੇ ਜਦੋਂ ਇਸ਼ਨਾਨ ਕਰੋਗੇ ਤੇ ਸਾਰੇ ਕੀਤੇ ਹੋਏ ਪਾਪ ਜਿਹੜੇ ਨੇ ਉੱਥੇ ਲੱਥ ਜਾਂਦੇ ਆ। ਇੱਕ ਭੋ ਲੱਥੀ ਨਾਤਿਆਂ ਦੋਏ ਪਾ ਚੜੀਏ ਹੋਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਬੰਦਾ ਨਿਸ਼ਚਿੰਤ ਹੋ ਜਾਂਦਾ ਹੈ ਕਿ ਮੈਂ ਤੇ ਬਸ ਸਾਰਾ ਕੁਝ ਹੀ ਲਾ ਆਇਆ, ਬਿਲਕੁਲ ਮੈਨੂੰ ਵਾਈਟ ਸ਼ੀਟ ਮਿਲ ਗਈ, ਕੋਈ ਲੇਖਾ ਮੇਰਾ ਨਹੀਂ ਰਿਹਾ, ਹੁਣ ਜਾ ਕੇ ਮੈਂ ਫਿਰ ਜੋ ਮਰਜ਼ੀ ਕਰ ਸਕਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ, ਸਮਰਪਣ ਗੁਰੂ ਨੂੰ ਹੋ। ਅੱਗੇ ਤੋਂ ਤੌਬਾ ਕਰਕੇ ਆਖ ਸੱਚੇ ਪਾਤਸ਼ਾਹ ਕਿਰਪਾ ਕਰੋ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਗੁਰੂ ਨਾਨਕ ਦਾ ਘਰ ਐਸਾ ਹੈ ਕਿ ਦੁਕਾਨ ਤੇ ਜਾਓ ਨਾ ਜੀ, ਤੁਸੀਂ ਬਾਜ਼ਾਰ ਮਾਰਕੀਟ ਜਾਂਦੇ ਸਟੋਰ ਤੇ ਜੇਕਰ ਤੁਹਾਡੇ ਕੋਲ ਪੈਸੇ ਸਹੀ ਨਹੀਂ ਨਾ, ਨਕਲੀ ਕਰੰਸੀ ਹੋਵੇ, ਤੇ ਦੁਕਾਨਦਾਰ ਕਹੇਗਾ ਨਹੀਂ ਇਹਦਾ ਕੁਝ ਨਹੀਂ ਮਿਲਣਾ, ਤੈਨੂੰ ਵਾਪਸ ਭੇਜ ਦੇਗਾ। ਮਾੜੀ ਗਲਤ ਵਸਤੂ, ਗਲਤ ਧਨ ਜਿਹੜਾ ਉਹ ਉੱਥੇ ਚੱਲਣਾ ਨਹੀਂ। ਪਰ ਗੁਰੂ ਨਾਨਕ ਦਾ ਘਰ ਐਸਾ ਹੈ ਕਿ ਇੱਥੇ ਜੇਕਰ ਖੋਟੇ ਕਰਮ ਲੈ ਕੇ ਆ ਜਾਓ, ਇੱਥੇ ਜੇਕਰ ਦੁੱਖਾਂ ਦੀਆਂ ਪੰਡਾਂ ਵੀ ਲੈ ਕੇ ਆ ਜਾਓ, ਸਤਿਗੁਰੂ ਮਹਾਰਾਜ ਉਹ ਦੁੱਖ ਰੱਖ ਲੈਂਦੇ ਨੇ ਤੇ ਸੁੱਖਾਂ ਦੀ ਦਾਤ ਦੇ ਦਿੰਦੇ ਆ। ਮਹਾਰਾਜ ਆਖਦੇ ਆ ਕਿ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੱਚੇ ਪਾਤਸ਼ਾਹ ਕਹਿੰਦੇ ਦੁੱਖ ਖਤਮ ਹੁੰਦੇ ਆ, ਸੁੱਖਾਂ ਦੀ ਦਾਤ ਮਿਲਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਘਰ ਐਸਾ ਹੈ ਕਿ ਜਿਨ੍ਹਾਂ ਕੋਲ ਕੋਈ ਗੁਣ ਨਹੀਂ, ਨਿਗੁਣੇ ਤੁਰੇ ਫਿਰਦੇ ਮਹਾਰਾਜ ਉਹਨਾਂ ਨੂੰ ਵੀ ਗੁਣ ਦੇ ਦਿੰਦੇ ਆ। ਤੇ ਜਿਨ੍ਹਾਂ ਦੇ ਵਿੱਚ ਗੁਣ ਨੇ, ਹਿਰਦੇ ਵਿੱਚ ਗੁਰੂ ਦਾ ਪਿਆਰ ਹੈ, ਸਤਿਗੁਰੂ ਮਹਾਰਾਜ ਉਹਨਾਂ ਨੂੰ ਹੋਰ ਗੁਣਾਂ ਦੀ ਦਾਤ ਦਿੰਦੇ ਆ। ਅਖੀਰਲੀ ਪੰਕਤੀ ਵਿੱਚ ਮਹਾਰਾਜ ਆਖਦੇ ਨੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਤੋਂ ਬਗੈਰ ਹੋਰ ਕੋਈ ਐਸਾ ਨਹੀਂ ਸੁਝਦਾ ਜਿਹੜਾ ਇਸ ਤਰ੍ਹਾਂ ਕਰਦਾ ਹੋਵੇ, ਜਿਹੜਾ ਨਿਗੁਣਿਆਂ ਨੂੰ ਬਖਸ਼ ਲੈਂਦਾ ਹੋਵੇ, ਜਿਹੜਾ ਨਿਮਾਨਿਆਂ ਨੂੰ ਬਖਸ਼ ਲੈਂਦਾ ਹੋਵੇ, ਜਿਹੜਾ ਨੀਚਾਂ ਨੂੰ ਗਲ ਵਿੱਚ ਲਾ ਲੈਂਦਾ ਹੋਵੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤੇ ਵਿਸ਼ਾਲਤਾ ਇੰਨੀ ਸੀ, ਮਹਾਰਾਜ ਜੀ ਦੀਆਂ ਬਾਹਾਂ ਦਾ ਫੈਲਾਅ ਇੰਨਾ ਸੀ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਾਹਾਂ ਦੇ ਵਿੱਚ ਪੂਰਾ ਬ੍ਰਹਿਮੰਡ ਸਮਾ ਜਾਂਦਾ ਹੈ। ਮਹਾਰਾਜ ਨੇ ਕਦੀ ਜੀਵਨ ਚ, ਮਹਾਰਾਜ ਜੀ ਨੇ ਉਦਾਸੀਆਂ ਪੜ੍ਹ ਕੇ ਦੇਖੋ, ਉਹਨਾਂ ਨੇ ਨਹੀਂ ਦੇਖਿਆ ਕਿ ਆ ਕੋੜੀ ਹੈ, ਆ ਚੋਰ ਹੈ, ਆ ਰਾਖਸ਼ ਹੈ, ਆ ਕਾਤਲ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਿਆਂ ਨੂੰ ਆਪਣੇ ਲਵਕੜੀ ਦੇ ਵਿੱਚ ਲਿਆ, ਆਪਣੇ ਕਲਾਵੇ ਦੇ ਵਿੱਚ ਲੈ ਕੇ ਔਗਣ ਬਖਸ਼ ਦਿੱਤੇ, ਗੁਨਾਹ ਦੀ ਦਾਤ ਦੇ ਦਿੱਤੀ। ਤੇ ਅੱਜ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਾਹਾਂ ਉਵੇਂ ਹੀ ਫੈਲੀਆਂ ਹੋਈਆਂ ਨੇ। ਲੋੜ ਹੈ ਕਿ ਸੱਚੇ ਪਾਤਸ਼ਾਹ ਜੀ ਦੀ ਗਲਵੱਕੜੀ ਵਿੱਚ ਆਉਣ ਦੀ। ਇੱਕ ਵਿਦਵਾਨ ਰਾਈਟਰ ਫਰਾਇਡ, ਸ਼ਾਇਦ ਫਰਾਇਡ ਨੇ ਲਿਖਿਆ ਹੈ, ਉਹ ਕਹਿੰਦਾ ਕਿ ਤੁਸੀਂ ਜਪਜੀ ਪੜ੍ਹਦੇ ਹੋ ਤੇ ਪਤਾ ਨਹੀਂ ਤੁਸੀਂ ਕੀ ਸੋਚਦੇ ਹੋ, ਪਰ ਕਹਿੰਦਾ ਜਦੋਂ ਮੈਂ ਜਪਜੀ ਸਾਹਿਬ ਪੜ੍ਹਦਾ ਹੈ ਨਾ, ਮੈਨੂੰ ਇਵੇਂ ਲੱਗਦਾ ਹੈ ਕਿ ਜਪਜੀ ਸਾਹਿਬ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਾਹਾਂ ਨਿਕਲਦੀਆਂ ਹੋਣ ਤੇ ਉਹ ਕਹਿੰਦੀਆਂ ਹੋਣ ਕਿ ਆ ਫਰਾਇਡ, ਮੈਂ ਤੈਨੂੰ ਆਪਣੇ ਗਲੇ ਦੇ ਨਾਲ ਲਾ ਲਾਂ, ਮੈਂ ਤੈਨੂੰ ਆਪਣੀ ਗਲਵੱਕੜੀ ਦੇ ਵਿੱਚ ਲੈ ਲਾਂ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਉਮਰ ਕਿੰਨੀ ਵੀ ਹੋਵੇ ਪਰ ਇਹ ਹੋਵੇ ਕਿ ਅਸੀਂ ਉਸ ਉਮਰ ਨੂੰ ਸਫਲਾ ਕਰ ਸਕੀਏ, ਗੁਰੂ ਦੇ ਉਪਦੇਸ਼ ਤੇ ਚੱਲ ਸਕੀਏ। 7ਵੀਂ ਪੌੜੀ ਦੀ ਇੱਥੇ ਸੰਪੂਰਨਤਾ ਹੈ। ਅਗਲੀਆਂ ਪੌੜੀਆਂ ਦੀ ਵਿਚਾਰ ਅਗਲੇ ਵੀਕ ਤੱਕ ਆਪ ਸੰਗਤ ਦੇ ਦਰਸ਼ਨ ਕਰਨ ਦਾ ਹੁਕਮ ਹੋਇਆ। ਸਮੁੱਚੀ ਸੰਗਤ ਦਾ ਧੰਨਵਾਦ, ਪ੍ਰਬੰਧਕ ਸੱਜਣਾ ਦਾ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਅਸੀਸ ਬਖਸ਼ੋ, ਫਤਿਹ ਬੁਲਾਓ। ਆਨੰਦ ਸਾਹਿਬ ਜੀ ਦਾ ਜਾਪ ਕਰਕੇ ਗੁਰੂ ਚਰਨਾਂ ਵਿੱਚ ਤਰਲਾ ਅਰਦਾਸ ਬੇਨਤੀ ਕਰੀਏ। ਬਖਸ਼ੋ, ਅਸੀਸ ਬੁਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।